ਪਹਿਲਾਂ ਤਾਂ ਮੈਂ ਸਭ ਨੂੰ ਜੀ ਆਇਆਂ ਨੂੰ ਆਖਦਾ ਹਾਂ ਕਿ ਤੁਸੀਂ ਬਹੁਤ ਹੀ ਛੋਟੇ ਨੋਟਸ ਤੇ ਸਾਨੂੰ ਇਹ ਮਾਣ ਬਖਸ਼ਿਆ ਕਿ ਅਸੀਂ ਅੱਜ ਜੋ ਵੀ ਪਹਿਲਾਂ ਕਾਨਫਰੰਸ ਚੱਲ ਰਹੀ ਸੀ ਤੁਹਾਡੀ ਪ੍ਰੈਸ ਦੀ ਉਹਦੇ 'ਚ ਵਰਜਨ ਦੇਣ ਲਈ ਮੈਨੂੰ ਸਮਾਂ ਦਿੱਤਾ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਪਣੇ ਪ੍ਰੈਸ ਵੀਰਾਂ ਦਾ। ਸੋ ਮੈਂ ਅੱਜ ਦੇ ਬਾਰੇ ਥੋੜਾ ਤੁਹਾਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ, ਇੱਕ ਜਾਣਕਾਰੀ 'ਚ ਵਾਧਾ ਕਰਨਾ ਚਾਹੁੰਦਾ ਹਾਂ ਕਿ ਜਿਸ ਏਰੀਏ ਦੇ ਨਾਲ ਇਹਨਾਂ ਘਟਨਾਵਾਂ ਦਾ ਸੰਬੰਧ ਹੈ ਇਹ ਇੱਕ ਸ਼ਿਵਾਲਿਕ ਰੇਂਜ ਕਿਹਾ ਜਾਂਦਾ ਹੈ। ਇਹ 2400 ਕਿਲੋਮੀਟਰ ਲੰਬੀ ਸ਼ਿਵਾਲਿਕ ਰੇਂਜ ਅਰਾਵਲੀ ਤੋਂ ਸ਼ੁਰੂ ਹੋ ਕੇ ਪੂਰੀ ਜੰਮੂ ਕਸ਼ਮੀਰ ਤੱਕ ਜਾਂਦੀ ਹੈ। ਸ਼ਿਵਾਲਿਕ ਦੀ ਰੇਂਜ ਇੱਥੇ ਪੁਰਾਣੇ ਸਮੇਂ ਤੋਂ ਸਨ 1900 ਦੇ ਵਿੱਚ ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ ਇਸ ਲਈ ਲਾਇਆ ਗਿਆ ਸੀ ਕਿਉਂਕਿ ਇੱਥੇ ਸੋਇਲ ਇਰੋਜਨ ਬਹੁਤ ਸੀ, ਹੇਠਾਂ ਫਲੱਡ ਬਹੁਤ ਆ ਰਹੇ ਸੀ ਤੇ ਇੱਥੋਂ ਗਰੀਨਰੀ ਖਤਮ ਹੋ ਚੁੱਕੀ ਸੀ ਤੇ ਉਸ ਨੂੰ ਲਾਉਣ ਦਾ ਮਕਸਦ ਸੀ ਕਿ ਇੱਥੋਂ ਦੀ ਲੈਂਡ ਨੂੰ ਰੀਕਲੇਮ ਕਰੀਏ। ਹੇਠਾਂ ਨੂੰ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਵਿਖੇ ਚੱਲ ਰਿਹਾ ਹੈ। ਉਸ ਦੇ ਵਿੱਚ ਹਰੇਕ ਸਰਕਾਰ ਨੂੰ, ਹਰੇਕ ਸਟੇਟ ਨੂੰ ਆਇਡੈਂਟੀਫਿਕੇਸ਼ਨ ਆਫ ਫੋਰੈਸਟ ਏਰੀਆਜ਼ ਕਰਨ ਲਈ ਕਿਹਾ ਗਿਆ ਤੇ ਸਾਡੀ ਸਰਕਾਰ ਨੇ ਵੀ ਜਿੰਨੇ ਵੀ ਨਹਿਰਾਂ ਦੇ ਨਾਲ ਸਰਕਾਰੀ ਜੰਗਲ ਬਲਾਕ ਫੋਰੈਸਟ ਅਤੇ PLP ਏਰੀਏ ਸੀ ਉਹਨਾਂ ਨੂੰ ਸਰਕਾਰੀ ਜੰਗਲ ਘੋਸ਼ਿਤ ਕਰਵਾ ਦਿੱਤਾ ਗਿਆ। ਅਨੈਕਸ਼ਰ G ਦੇ ਵਿੱਚ ਅੱਜ ਵੀ ਸੁਪਰੀਮ ਕੋਰਟ 'ਚ ਲੱਗਿਆ ਹੋਇਆ। ਉਸ ਉਪਰੰਤ ਕੁਛ ਜਿਹਦਾ ਏਰੀਆ ਤੇ 1980 ਜਾਂ 1996 'ਚ ਖੇਤੀ ਹੁੰਦੀ ਸੀ ਜਾਂ ਆਬਾਦੀ ਸੀ ਉਹਨਾਂ ਨੂੰ ਸਿਰਫ ਬੋਨਾਫਾਈਡ ਯੂਜ਼ ਦੇ ਲਈ ਡੀਲਿਸਟ ਕਰ ਦਿੱਤਾ ਗਿਆ। ਸੋ ਮੋਟਾ ਪੰਜਾਬ ਦੇ ਵਿੱਚ ਟੋਟਲ PLP ਦੇ ਵਿੱਚੋਂ ਅਬਾਊਟ 25% ਏਰੀਏ ਨੂੰ ਡੀਲਿਸਟ ਕਰਦੇ ਹੋਏ ਅੱਜ ਲੋਕ ਉੱਥੇ ਸਾਰੇ ਤਰ੍ਹਾਂ ਦੀ ਖੇਤੀ ਕਰ ਰਹੇ ਆ, ਆਪਣਾ ਰਹਿਣ ਬਸੇਰਾ ਕਰ ਰਹੇ, ਬੋਨਾਫਾਈਡ ਯੂਜ਼ ਨੂੰ ਵਰਤ ਰਹੇ। ਪਰੰਤੂ ਮੋਹਾਲੀ ਜ਼ਿਲ੍ਹੇ ਦੇ ਵਿੱਚ ज़्यादा कमर्शलाइजेशन, ज़्यादा अर्बेनाइजेशन, लैंड माफिया, भू माफिया इदा पैर पसारिया कि ਜਿਹੜੀਆਂ ਇਹ ਲੋਕਾਂ ਦੀਆਂ ਲੈਂਡ ਸੀਗੀਆਂ ਖਾਸ ਕਰ ਮੋਹਾਲੀ ਦੇ ਵਿੱਚ PLP ਏਰੀਆ ਸਾਰੇ ਜੁਮਲਾ ਮੁਸ਼ਤਰਕਾ ਮਾਲਕਾਂ ਦੇ ਨੇ। ਇਹ ਸਰਕਾਰ ਦੇ ਜੰਗਲ ਸੀਗੇ ਪਰੰਤੂ ਕਿਸੇ ਤਰ੍ਹਾਂ ਡਿਊਰਿੰਗ ਪ੍ਰੋਸੈਸ ਆਫ ਲਾਅ ਜੋ ਉਹਨਾਂ ਨੇ ਲੋਕਾਂ ਨੇ ਕੇਸ ਕੀਤੇ ਇਹਨਾਂ ਨੂੰ ਆਰਜੀ ਤੌਰ ਤੇ ਲੋਕਾਂ ਦੇ ਨਾਂ ਕਰ ਦਿੱਤਾ ਗਿਆ, ਸ਼ੇਅਰ ਬਣਾ ਦਿੱਤੇ ਗਏ। ਪਰੰਤੂ ਇਹ ਸ਼ੇਅਰਾਂ ਨੂੰ ਦੁਬਾਰਾ ਫੇਰ ਚੈਲੰਜ ਹੋ ਗਿਆ। ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਪਹਿਲਾਂ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਤੇ ਹੁਣ ਮਾਨਯੋਗ ਸੁਪਰੀਮ ਕੋਰਟ ਦਾ 7 ਅਪ੍ਰੈਲ ਦਾ ਫੈਸਲਾ, ਇਹ ਜਿੰਨੀਆਂ ਮੁਸ਼ਤਰਕਾ ਮਾਲਕਾਂ ਦੀਆਂ ਜ਼ਮੀਨਾਂ ਨੇ ਇਹ ਸਾਰੀਆਂ ਤੇ ਗ੍ਰਾਮ ਪੰਚਾਇਤ ਦਾ ਹੱਕ ਪੂਰਾ ਸਿੱਧ ਹੋ ਗਿਆ ਹੈ। ਪਰੰਤੂ ਕਾਨੂੰਨੀ ਚਾਰਾਜੋਈ ਨਾਲ ਇਹਦਾ ਰੈਵਨਿਊ ਰਿਕਾਰਡ ਦੇ ਵਿੱਚ ਦਰਜ ਕਰਨਾ ਇਹ ਰਹਿ ਗਿਆ ਹੈ, ਉਹ ਹੋ ਜਾਵੇਗਾ। ਜਿੱਥੋਂ ਤੱਕ ਹੁਣ ਮੈਂ ਸਪੈਸੀਫਿਕ ਕੇਸ ਦੀ ਗੱਲ ਕਰਾਂ, ਕਰੌਰਾ ਮਸੋਲ ਦੇ ਵਿੱਚ ਇਹ 1996 ਤੋਂ ਹੀ ਇਹ ਜਿਹੜੀ ਕੰਪਨੀ ਦਾ ਜਿਹੜੇ ਬੰਦਿਆਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਇਹ ਧਰਤੀ ਮਾਤਾ ਨੂੰ ਕਹਿ ਲਈਏ ਪਹਾੜਾਂ ਨੂੰ ਘੁਣ ਵਾਂਗੂ ਖਾ ਰਿਹਾ ਹੈ। ਧਰਤੀ ਮਾਤਾ ਦਾ ਸੀਨਾ ਇਹਨਾਂ ਲੋਕਾਂ ਨੇ ਪਾੜ ਕੇ ਰੱਖ ਦਿੱਤਾ। 1996 ਤੋਂ ਮੈਂ 10-12 ਸਾਲ ਤਾਂ ਮੈਨੂੰ ਹੋ ਗਏ, ਪਹਿਲੇ ਸਾਡੇ ਅਫਸਰ ਕਿੰਨੇ ਰਿਟਾਇਰ ਹੋ ਗਏ। 1996 ਤੋਂ ਲੈ ਕੇ ਹਾਈ ਕੋਰਟ, ਕਦੇ ਸੁਪਰੀਮ ਕੋਰਟ, ਕਦੇ NGT ਅਸੀਂ ਲੜਦੇ ਰਹੇ ਇਹਨਾਂ ਦੇ ਖਿਲਾਫ। ਇਹਨਾਂ ਦਾ ਵਰਜਨ ਹੁੰਦਾ ਸੀ PLP ਲੈਂਡ ਦਾ ਨਾਟ ਫੋਰੈਸਟ ਲੈਂਡ, ਅਸੀਂ ਆਹ ਕਰ ਸਕਦੇ ਉਹ ਕਰ ਸਕਦੇ, ਪਰੰਤੂ ਇਹ ਝੂਠਾ ਸਾਬਤ ਹੋਇਆ। ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਫੋਰੈਸਟ ਏਰੀਆ ਆਇਡੈਂਟੀਫਾਈ ਕਰੋ। ਅਸੀਂ PRS ਇਮੇਜ 1980 ਅਸੀਂ ਪੰਜਾਬ ਸੈਟੇਲਾਈਟ ਵਾਲਾ ਸਾਰਾ ਡਾਟਾ ਲੈ ਕੇ ਸਾਰਾ ਜਦੋਂ ਅਸੀਂ ਸਾਰਾਂਸ਼ ਕੱਢਿਆ, ਰੈਵਨਿਊ ਰਿਕਾਰਡ ਵੀ ਲਿਆ ਜਿਹਦੇ 'ਚ ਗੈਰ ਮੁਮਕਿਨ ਪਹਾੜ ਦਰਜ ਸੀਗਾ, ਉਹ ਏਰੀਆ ਆਪਸ ਜਿਹੜਾ ਮੇਲ ਖਾ ਗਿਆ। 3700 ਏਕੜ ਦੇ ਵਿੱਚੋਂ ਇਸ ਪਿੰਡ ਦਾ ਕਰੌਰਾਂ ਦਾ 1092 ਏਕੜ ਡੀ ਲਿਸਟ ਹੈ ਜਿਹਦੇ ਵਿੱਚੋਂ ਕੁਛ ਏਰੀਏ ਨਗਰ ਕੌਂਸਲ ਹੋਣ ਚਾਹੀਏ ਤੇ ਨਗਰ ਕੌਂਸਲ ਦੀ ਆਪਣੀ ਜੁਰਿਸਡਿਕਸ਼ਨ ਹੈ ਉਹ ਸਪੈਸੀਫਾਈਡ ਹੈ। ਬਾਕੀ ਬਚਦਾ ਰਕਬੇ ਤੇ ਖੇਤੀ ਹੋ ਰਹੀ ਹੈ। 1092 ਚੋਂ ਜੇ ਨਗਰ ਕੌਂਸਲ ਦਾ ਕੱਢ ਦਈਏ 300-400 ਰਕਬੇ ਤੇ ਖੇਤੀ ਹੋ ਰਹੀ ਹੈ। ਉੱਥੇ ਕੰਸਟਰਕਸ਼ਨ ਅਲਾਉਡ ਨਹੀਂ ਹੈ ਪਰੰਤੂ ਗਮਾਡਾ ਆਪਣੇ ਰੂਲਾਂ ਦੇ ਮੁਤਾਬਕ ਉਦੋਂ ਰੈਗੂਲੇਟ ਕਰ ਸਕਦਾ ਹੈ। ਗਮਾਡਾ ਦੀ ਪ੍ਰੋਵੀਜ਼ਨ 'ਚ ਹੈਗਾ ਪੈਰੀਫਰੀ ਕੰਟਰੋਲ ਐਕਟ ਵੀ ਹੈ, ਅਪਾਰਟਮੈਂਟ ਐਕਟ ਵੀ ਹੈ ਗਮਾਡਾ ਦੇ ਤੇ ਪੂਡਾ ਦੇ ਵੀ ਆਪਣੇ ਐਕਟ ਹਨ। ਉਹ ਜਿਹੜੀ ਜ਼ਿੰਮੇਵਾਰੀ ਲੱਗੀ ਹੈ ਜਦੋਂ ਡੀ ਲਿਸਟ ਹੋਏ ਸੀ ਉਹ ਜ਼ਿੰਮੇਵਾਰੀ ਸੰਬੰਧਿਤ ਵਿਭਾਗ ਦੀ ਲੱਗੀ ਹੈ। ਜੇਕਰ ਏਰੀਆ ਨਗਰ ਕੌਂਸਲ ਦੀ ਨਹੀਂ ਆਉਂਦਾ ਤਾਂ ਡੀ ਲਿਸਟ ਵਾਲੀ ਕੰਸਟਰਕਸ਼ਨ ਜਿਹੜੀ ਨਗਰ ਕੌਂਸਲ ਨੇ ਰੈਗੂਲੇਟ ਕਰਨੀ ਹੈ। ਜੇ ਗਮਾਡਾ ਦੇ ਅਧਿਕਾਰ ਖੇਤਰ 'ਚ ਆਉਂਦਾ ਫਿਰ ਉਹਨਾਂ ਨੇ ਰੈਗੂਲੇਟ ਕਰਨੀ। ਇਨ ਕੇਸ ਪੂਡਾ ਦੇ ਅਧਿਕਾਰ ਖੇਤਰ 'ਚ ਆਉਂਦਾ ਫਿਰ ਉਸ ਨੂੰ ਪੂਡਾ ਨੇ ਰੈਗੂਲੇਟ ਕਰਨਾ। ਰੈਗੂਲੇਟ ਕੀ ਕਰਨਾ, ਕਿਸੇ ਬੰਦੇ ਨੇ ਕੋਈ ਫਾਰਮ ਹਾਊਸ ਬਣਾਉਣਾ, ਕਿਸੇ ਨੇ ਸਟਰਕਚਰ ਬਣਾਉਣੀ, ਉਹ ਗਮਾਡਾ ਨੂੰ ਅਪਲਾਈ ਕਰੇਗਾ। ਗਮਾਡਾ ਉਹਦੇ 'ਚ ਕੰਡੀਸ਼ਨਾਂ ਲਗਾ ਕੇ CLU ਦੇਵੇਗਾ। ਜੇਕਰ ਕੋਈ ਇੱਦਾਂ ਦਾ ਨੋਰਮ ਨਹੀਂ ਹੈ ਤਾਂ ਨੋਰਮ ਬਣਾ ਕੇ ਉਹਨਾਂ ਨੂੰ ਪ੍ਰਵਾਨ ਦੇ ਤੌਰ ਤੇ ਕਰਨਾ ਚਾਹੀਦਾ ਤਾਂ ਉਹ ਕੰਡੀਸ਼ਨਾਂ ਦੇ ਬੇਸਿਸ ਤੇ CLU ਮਿਲਦਾ ਹੈ। ਹੁਣ ਪ੍ਰੋਪਰ ਇਸ ਜਗ੍ਹਾ ਦੀ ਗੱਲ ਕਰੀਏ ਆਪਾਂ, ਇਸ ਜਗ੍ਹਾ ਤੇ ਇਹ ਕੰਸਰਨਡ ਫਰਮਾਂ ਬਣਾ ਕੇ ਇਹਨਾਂ ਫਰਮਾਂ ਦਾ ਮਕਸਦ ਸੀ ਬੱਚਿਆਂ ਦੀ ਪੜ੍ਹਾਈ, ਔਰਤਾਂ ਦੀ ਬਿਹਤਰੀ, ਵੂਮਨ ਇੰਪਾਵਰਮੈਂਟ,
सोशल सर्विस सारियां छिक्के टंग के इन्होंने पहला कब्जे किए आ गए, उस तो बाद लोगों के शेयर खरीदे। आम तौर पर होंदा पहला जमीन लै लो फिर कब्जे होंदे आ, इत्थे तुसीं रिकॉर्ड खोल लो पुराना, पहला कब्जे किए गए, लोकल लोगों नूं उन्हां दे हक तो वांझे किया गया, फिर चार दवारी करके उन्होंने शेयर खरीदे गए। लोग बेचारे करते कि बिना मतलब तो उन्होंने जब है ही नहीं कुछ उन्होंने कब्जे नहीं दिया तो जिन्ने भी पैसे मिले उन्होंने अपने कब्जे छड्डते। अज के टाइम भी जिस जगह पर हुण आपां स्पैसीफिकली फेयर हैवन की गल करिए, काफ़ी दिन पहला ऐड आई सी 2 महीने पहल कि इदां करके फार्म हाउस लो। असी एरिए नूं विजिट किया, असी बड़े लोगों नूं कहा कि इस जगह ते इस सानू आइडेंटिफाई नहीं सी हो रही जगह कि किस जगह का है। फिर सानू एक बोर्ड लग्या लभ्या कि हाँ जी फेयर हैवन का बोर्ड लग्या, दोनों पासे गेट लगे हुए है, किसी साडे कर्मचारी नूं वड़ नहीं दिता जाता, पुलिस अधिकारी तक नूं वड़ नहीं दिता जाता, कोई ड्यूटी मजिस्ट्रेट नूं वड़ नहीं दिता जाता। सो उहदे गेटड प्रॉपर्टी दे विच अपने गुंडे अनसरां दे मदद दे नाल उस बंदे ने 5-7 दिन जो लैबलिंग की है, जो रास्ता बनाया, जिस संबंधी पहला भी केस चल रहे सी अदालत, वो असी जाके फड़िया, गेट तोड़ के बड़े, कंध टप के बड़े, असी वड़ के उन्होंने कंट्रोल किया, रिस्टोर किया, परचे दर्ज कराए, परंतु अजे भी वो परचे नहीं दर्ज हो रहे कि जिदे सरकारी ड्यूटी विघन पिया। पुलिस बाहर मूक दर्शन करके खड़ी है कि विघन नहीं पिया, कोई गेट नहीं खुल रहा तो विघन होर की हुंदा। सरकारी ड्यूटी का मतलब साडे कोल पावरां ने सैक्शन दे विच PLPA सैक्शन 20 दे विच सारे इंडियन फॉरेस्ट एक्ट के एक्ट लगते हैं इस एरिए ते। इनू कहना कि फॉरेस्ट एरिया नहीं, ये तो बिल्कुल गलत है। सो PLP तो लगता ही है, इत्थे फॉरेस्ट कंजरवेशन एक्ट भी लगता है, इत्थे 12/12/96 के हुक्म भी लगते हैं। इत्थे तुसीं छेड़छाड़ बिल्कुल नहीं कर सकते, ईवन दरख्त की एक टाहनी भी कट्टनी तो भी एक मैनेजमेंट प्लान के अकॉर्डिंगली जी है। भारत सरकार ने मैनेजमेंट प्लान इसलिए बनाई क्योंकि इसनूं हुण फॉरेस्ट एरिया कहा जाता है। सो उस तो बिना तुसीं कुछ भी नहीं कर सकते। तुसीं को इत्थे रास्ते बना के फार्म हाउस बना लो, फार्म हाउस तुसीं महंगे भावां ते बेच दो। सेल परचेज का PLPA नाल कोई लेना देना नहीं, सेल परचेज जिमीदार अपनी जमीन कर सकता है, परंतु उन्होंने फार्म हाउस बना के बेचना, किसी नूं भोले भाले लोगों नूं इन्वैसटरां नूं कहना कि तुसीं जी इत्थे फार्म हाउस लै लो, इत्थे इन्नी बायोडाइवर्सिटी है, इत्थे इन्ना सब कुछ है, वो एक बहुत ज़्यादा गलत गल है। जिस दे चलते हुए असीं अखबारां 'च नोट्स भी दिते, जदों असीं अखबारां 'च नोट्स कड्ढे, इन्हां बिल्डरां नूं बड़ा गुस्सा आया जी कि तुसीं साडा 10 करोड़ का, तुसीं साडा 20 करोड़ का नुकसान कर दिता है। असी क्या असी तुहाडा नुकसान नहीं करते, असी तो पब्लिक दे एक हमायत कर रहे हैं। एक लोकल प्रशासन का फर्ज है, जे कोई बंदा किसी तरह रगड़िया जाता होवे तो साडा फर्ज है उन्होंने बचाउणा, या हरेक सिटीजन का फर्ज है किसी को गुमराह होने तो बचाउणा। सो असी किसी बंदे स्पैशल के खिलाफ नहीं हाँ, असी उन्हां कंपनियां दे जिहड़े जालासाजी करके जिहड़े एक अपने अमान नूं छिके टंग के धरती माता का हरण करके इन्हां नूं मतलब इस तरह के ल्योरमेंट दे के लोगों नूं ठग रहे हैं, धरती ते कब्जे कर। सो मैं अपील करता है कि जिस तरह असीं नोटिस भी कढ़िया कि भोले भाले लोग इस जाल च ना फसन। हाँ PLPA दे विच जेकर तुसीं कुछ भी लेना है, तुसीं कंपनसेशन लेना या PLPA की तुहानूं कोई भी रिस्ट्रिक्शन चाहिए, तुसीं कोर्ट जा सकते हो, तुसीं रिप्रेजेंट दे सकते हो। सरकार है, मानयोग सुप्रीम कोर्ट है, ग्रीन बेंच अज भी सुनाई चल रही है। डी लिस्ट एरिया उस कड़ी असी डी लिस्ट किए सी। हाँ वो एक कंडीशन जरूर लिखी है कि इन एडवर्टेंटली अगर कोई भी खसरा नंबर तो अज लगता कि पहाड़ है गलत डी लिस्ट हो गया, उन्होंने दोबारा लिस्ट करने की भी प्रोविजन है। सो इनू ये लोगों का चंद लोगों का कहना जिथे मानयोग सुप्रीम कोर्ट के सुनवाई चल रही है, मानयोग हाई कोर्ट के चल रही है कि इतने एक्ट नहीं लगता, एक न्याण मत तो वध कुछ नहीं है, एक ल्योरमेंट तो वध कुछ नहीं है। तुसीं सारा डाटा दिता लेकिन वो एलीगेशन ला रहे हैं कि रिश्वत मंगी गई, उत्थे भी आउणा जी, बिल्कुल आउणा। तो इन्हां बंदियां ने जदों नहीं हटे, 96 तो साडी लिटीगेशन चल रही है, 96 तो साडी मैं दुश्मनी नहीं कह सकते, एक सिस्टम दे विच असीं पै के इहदे खिलाफ लड़ाई लड़ रहे हैं। किन्ने किन्ने महंगे वकील, किन्ने किन्ने वकील दिल्ली तक सुप्रीम कोर्ट तक जाए साडे खिलाफ, पर सच तो सच ही रहिंदा है। अज तक असीं सच ते खड़े हैं 96 तो लैके ते अज भी सच ते खड़ांगे। जे वो बंदा कहता कि असी कुछ लिया, उहदे बारे उन्हें 25 जगह शिकायतां कीतियां ने, प्रेजिडेंट ऑफ इंडिया, प्राइम मिनिस्टर इंडिया तो शुरू हो के लोकल तक उन्हां दा आउटकम आ जाएगा, तुहानूं अपने आप पता चल जाएगा कि किसने रिश्वत लई है, किसने दिती है, सारा पानी का पानी सारा आ जाएगा सामने।
ਜੇਕਰ ਇਹ ਨਾ ਪਾਉਂਦਾ ਇਨਕੁਆਰੀਆਂ ਫਿਰ ਮੈਂ ਤੁਹਾਨੂੰ ਅੱਜ ਹੀ ਦੱਸ ਸਕਦਾ ਸੀ ਸਭ ਕੁਝ, ਪਰ ਹੁਣ ਮਾਮਲਾ ਸਬਜਡਾਈਸ ਹੈ। ਜਿੰਨੇ ਅਸੀਂ ਕੋਰਟ ਕੇਸ ਕੀਤੇ ਹੈ, ਕੱਲ੍ਹ ਨੂੰ ਇੱਕ ਹੋਰ ਅਸੀਂ ਕੰਪਨਸੇਸ਼ਨ ਦਾ ਕੋਰਟ ਕਰਨ ਜਾ ਰਹੇ ਹਾਂ, ਕਿਉਂਕਿ ਇਕੋਲੋਜੀ ਨੂੰ, ਐਨਵਾਇਰਨਮੈਂਟ ਨੂੰ, ਬਾਇਓ ਸਿਸਟਮ ਨੂੰ, ਬਾਇਓਸਫੀਅਰ ਨੂੰ, ਲੈਂਡਸਕੇਪ ਨੂੰ, ਪੂਰਾ ਇਕੋਲੋਜੀਕਲ ਫਰੈਜਿਲਿਟੀ ਨੂੰ ਜੋ ਇਸ ਬੰਦੇ ਨੇ ਨੁਕਸਾਨ ਕੀਤਾ, ਉਹ ਨਾ ਬਖਸ਼ਣਯੋਗ ਹੈ। ਮੈਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਨਾ, ਇਹਨੂੰ ਕਦੇ ਵੀ ਨਾ ਬਖਸ਼ਿਓ। ਸਾਡੇ ਵੱਲੋਂ ਹੱਥੋਂ ਨਿਕਲ ਜਾਂਦੇ ਆ ਇਹ, ਪਰੰਤੂ ਜੇ ਕਿਸੇ ਨੇ ਡਰੋਨ ਵੀਡੀਓ ਦੇਖਣੀ ਹੈ ਹੁਣ ਵੀ ਦੇਖ ਸਕਦਾ ਹੈ। ਜੇ ਕਿਸੇ ਨੂੰ ਸ਼ੱਕ ਹੋਵੇ ਬਹੁਤ ਅੱਛਾ ਕੰਮ ਕੀਤਾ ਉਹਨੇ, ਤਾਂ ਉਹ ਵੀ ਤੁਸੀਂ ਦੇਖ ਸਕਦੇ ਹੋ। ਜਿਸ ਫੋਰਸ ਨਾਲ ਅਸੀਂ ਲੜਾਈ ਕਰ ਰਹੇ ਹਾਂ, ਇੱਕ ਸੁਭਾਵਿਕ ਹੈ ਰਿਸ਼ਵਤ ਦੀ, ਤੋਂ ਬੜਾ ਕੁਝ ਕਹੂਗਾ, ਸਾਰੇ ਉੱਪਰ ਤੱਕ ਕਹੇਗਾ। ਇਹ ਉਹਦਾ ਆਪਣਾ ਜਵਾਨ ਹੈ, ਜੋ ਮਰਜ਼ੀ ਬੋਲਦਾ ਰਹੇ, ਉਹਦਾ ਹੱਕ। ਉਹ ਜਿਹੜੀ ਵੀਡੀਓ ਵਿਖਾ ਰਹੇ ਨੇ, ਇਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਸਾਨੂੰ ਮੀਟਿੰਗ ਦੇ ਵਿੱਚ ਜਦੋਂ ਬੁਲਾਇਆ ਗਿਆ ਤੇ 2 ਲੱਖ ਰੁਪਏ ਦੀ ਪੇਸ਼ਗੀ ਨਾਲ ਮੰਗੀ ਗਈ ਸੀ ਕਿ ਮੀਟਿੰਗ ਦੇ ਤੁਸੀਂ ਦੇਖੋ, ਇਹਦੇ ਵੀ ਇਨਕੁਆਰੀ ਆਉਣ ਹੈ, ਇਨਕੁਆਰੀ ਚੱਲ ਰਹੀ ਹੈ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਕੁਝ ਦਿਨਾਂ 'ਚ ਤੁਹਾਡੇ ਸਾਹਮਣੇ ਆ ਜਾਏ। ਦੇਖੋ, ਉਸ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ। ਮੈਂ ਉਹਨਾਂ ਦੇ ਉਸ ਅਫਸਰ ਦੇ ਅਧੀਨ ਮੈਂ ਨੌਕਰੀ ਨਹੀਂ ਕਰ ਰਿਹਾ, ਨਾ ਉਹ ਮੇਰਾ ਅਫਸਰ ਹੈ, ਨਾ ਉਸ ਕੋਲ ਜੁਰਿਸਡਿਕਸ਼ਨ ਹੈ। ਇਸ ਲਈ ਮੈਂ ਉਸ ਦੇ ਲੈਟਰ ਨੂੰ ਲੈਟਰ ਨਹੀਂ ਮੰਨਦਾ, ਤਾਂ ਮੈਂ ਇਸ ਦੇ ਕਮੈਂਟ ਵੀ ਨਹੀਂ ਕਰਦਾ। ਨਹੀਂ ਹੈ। ਉਹਨਾਂ ਨੇ ਕਿਸ ਕੈਪੈਸਿਟੀ ਦੇ ਤੁਸੀਂ ਕਿਹਾ ਕਿ ਉੱਥੇ ਸੀ ਗਏ, ਅਸੀਂ ਕੋਸ਼ਿਸ਼ ਕੀਤੀ ਤਾਂ ਜਦੋਂ ਉੱਥੇ ਕਬਜ਼ਾ ਲੈਂਦੀ ਜਾਂ ਅੰਦਰ ਐਂਟਰ ਕਰਨੀ, ਪੁਲਿਸ ਨੇ ਸਾਨੂੰ ਐਂਟਰ ਨਹੀਂ ਕਰ ਦਿੱਤਾ। ਤੁਸੀਂ ਵੀ ਸਟੇਟ ਦੇ, ਪੁਲਿਸ ਦੀ ਸਟੇਟ ਦੀ ਕੋਈ ਕੋਆਰਡੀਨੇਸ਼ਨ ਨਹੀਂ ਸੀ? ਬਿਲਕੁਲ ਕੋਆਰਡੀਨੇਸ਼ਨ ਹੈ, ਤਾਂ ਹੀ ਅਸੀਂ ਐਡੀ ਪੁਲਿਸ ਫੋਰਸ ਲਈ। ਕੋਈ ਉੱਥੇ ਤੋੜਨ ਦੇ ਲਈ ਗਮਾਡਾ ਗਿਆ, ਗਮਾਡਾ ਨੇ ਡੀਲਿਸਟ ਏਰੀਆ ਤੋੜਿਆ। 30 ਬੰਦੇ ਸਾਨੂੰ ਪੁਲਿਸ ਦੇ ਮਿਲੇ ਸੀ। ਹਾਂ, ਨਹੀਂ ਲਾਈਆਂ ਪੁਲਿਸ ਨੇ। 186 353 ਜਿਹਦੇ 'ਚ ਮੁਲਾਜ਼ਮਾਂ ਤੇ ਅਟੈਕ ਵੀ ਬਣਦਾ। ਸਾਡਾ ਇੱਥੇ ਸਾਰੇ ਸਟਾਫ ਖੜੇ ਨੇ ਫੀਲਡ ਤੇ। ਕੋਈ ਵੀ ਬੰਦਾ ਕਹਿ ਦੇਵੇ ਕਿ ਅਸੀਂ ਸਾਡੇ ਨਾਲ ਇਹਨੇ ਨਹੀਂ ਧੱਕਾ ਕੀਤਾ, ਮੈਂ ਆਪਣੀ ਨੌਕਰੀ ਛੱਡ ਦੂੰ। ਕਿਉਂਕਿ ਸਾਡਾ ਗਾਰਡ ਖੜਾ ਇੱਥੇ, ਰਾਤ ਨੂੰ ਉਹਨੂੰ ਚੱਕ ਕੇ ਖੋਲਾਂ 'ਚ ਸਿੱਟਿਆ ਗਿਆ, ਪੁਲਿਸ ਦੇ ਕੋਲ ਰੋ ਮਰ ਗਿਆ। ਨਹੀਂ, ਉਹਨਾਂ ਨੇ ਕਰ ਦਿੱਤੀ। ਤੁਸੀਂ ਰਲੀ ਕਹਿ ਲਓ, ਪ੍ਰੈਸ਼ਰ ਕਹਿ ਲਓ, ਡਰਦੇ ਕਹਿ ਲਓ, ਅਸੀਂ ਨਹੀਂ ਡਰਦੇ। ਪਰ ਜਿੰਨੇ ਮਰਜ਼ੀ ਐਲੀਗੇਸ਼ਨ ਲਾਵੇ, ਅਸੀਂ ਪਿਛਲੇ 3 ਦਹਾਕੇ ਤੋਂ ਲੜਾਈ ਲੜ ਰਹੇ ਹਾਂ। ਮੇਰੀ ਰਿਟਾਇਰਮੈਂਟ ਹੋਣ ਦੇ ਬਹੁਤ ਸਮਾਂ, ਮੈਂ ਐਂਡ ਤੱਕ ਲੜਾਈ ਲੜੂੰਗਾ ਜਦ ਤੱਕ ਇਸ ਨਹੀਂ, ਮੈਨੂੰ ਇਦਾਂ ਦਾ ਕੁਝ ਨਹੀਂ ਆਇਆ। ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਆਈ। ਮੈਨੂੰ ਮੀਡੀਆ ਭਰਾਵਾਂ ਕੋਲੋਂ ਮਿਲੀ ਸੀ ਕਿ ਇਨਕੁਆਰੀ ਚੱਲ ਰਹੀ ਹੈ। ਸਿਰ ਮੱਥੇ ਕੋਰਟ ਦੇ ਆਰਡਰ, ਇਨਕੁਆਰੀ ਦੇ ਆਰਡਰ, ਕੋਈ ਵੀ ਏਜੰਸੀ ਕਰੇ ਅਸੀਂ ਹਾਜ਼ਰ ਹੋਣ ਲਈ ਤਿਆਰ ਹੈ। ਬਿਲਕੁਲ ਅਸੀਂ ਉਹ ਸਾਰਾ ਕੁਝ ਆਪਣੇ ਉਹਦੇ ਵਿੱਚ ਇੱਕ ਗੱਲ ਕਰ ਰਹੇ ਆ ਵੀ ਸਮਾਨ ਰੱਖ ਲਓ। ਉਹਦਾ ਕਹਿੰਦਾ ਜੀ ਮੈਂ 2 ਲੱਖ ਰੁਪਇਆ ਦਿੱਤਾ, ਉਹਦੇ ਵਿੱਚ ਸੀਗਾ। ਦੇਖੋ, ਸਾਨੂੰ ਪਤਾ ਹੀ ਨਹੀਂ ਕਦੋਂ ਮਿਲਿਆ, ਉਹ ਕਿਸ ਟਾਈਮ ਮਿਲਿਆ, ਕਿਸ ਨੂੰ ਮਿਲਿਆ। ਮੇਰੇ ਕੋਲ ਕੋਈ ਇਹਦੇ ਬਾਰੇ ਇਲਮ ਨਹੀਂ। ਵੀਡੀਓ ਕਿਸੇ ਹੋਰ ਦੀ ਹੋ ਸਕਦੀ ਹੈ। ਜਿਹੜਾ ਇਹਨਾਂ ਨੇ ਬਣਾਇਆ ਹੋਇਆ ਦਾ ਅੱਜ ਇੱਕ ਦਿਨ ਤਾਂ ਬਣਿਆ ਨਹੀਂ, ਵੀ ਜਾਦੂ ਦੀ ਛੜੀ ਕਰਕੇ ਕਿੰਨਾ ਟਾਈਮ ਹੋ ਗਿਆ ਇਹਨਾਂ ਨੇ। ਤੁਸੀਂ ਕਿਉਂ ਨਹੀਂ ਰੋਕਿਆ? ਮੈਂ ਤੁਹਾਨੂੰ ਦੱਸ, 2016 ਦੇ ਵਿੱਚ 2 ਰਾਤਾਂ ਜਿਹਨਾਂ ਨੇ ਮਸ਼ੀਨਾਂ ਲਗਾ ਕੇ, ਉਹੀ ਜੋ ਗੇਟ ਲਗਾ ਕੇ, ਆਲੇ ਦੁਆਲੇ ਗੇਟ ਲਗਾਏ। ਇਹਦੀ ਬਰੀਫ ਹਿਸਟਰੀ ਮੈਂ ਦੱਸ ਦੇਵਾਂ। ਇਹਦੇ ਵਿੱਚ 2014 'ਚ ਇਹਨੇ ਅਪਲਾਈ ਕੀਤਾ ਰਗਾਲੀਆ ਰਿਜ਼ੋਰਟਸ ਨਾਂ ਤੇ, ਕਿ ਰਿਜ਼ੋਰਟਸ ਬਣਾਈ ਜਾਣੀ। ਫੋਰੈਸਟ ਕੰਜ਼ਰਵੇਸ਼ਨ ਐਕਟ ਦੇ ਤਹਿਤ ਅਪਲਾਈ ਕੀਤਾ ਗਿਆ, ਪਰੰਤੂ ਨੋਡਲ ਅਫਸਰ ਨੇ ਇਸ ਬਿਨਾਂ ਤੇ ਰਿਜੈਕਟ ਕਰਤਾ ਕਿ ਤੇਰੇ ਕੋਲ ਓਨਰਸ਼ਿਪ ਹੈ ਨਹੀਂ। ਕਲੈਰਿਟੀ ਆਫ ਓਨਰਸ਼ਿਪ, ਡਿਵਾਈਡ ਆਫ ਕਲੈਰਿਟੀ ਆਫ ਓਨਰਸ਼ਿਪ ਦੇ ਚੱਲਦੇ ਹੋਏ ਇਹਦਾ ਕੇਸ ਰਿਜੈਕਟ ਹੋ ਗਿਆ। ਇਨ ਦਾ ਮੇਨ ਟਾਈਮ ਇਹਨੇ ਆਪਣੇ ਡੀਲਿਸਟ ਏਰੀਏ ਦੇ ਵਿੱਚ ਗੇਟ ਬਣਾ ਲਿਆ ਤੇ ਸੜਕ ਬਣਾ ਚੁੱਕੇ ਸੀ, ਜੋ ਕਿ ਗਮਾਡਾ ਦੇ ਪ੍ਰਵਿਊ ਸੀ, ਉਹਨਾਂ ਨੇ ਰਿਮੂਵ ਕਰਨਾ ਸੀ। ਦੂਜੇ ਪਾਸੇ ਵੀ ਗੇਟ ਡੀਲਿਸਟ ਦਾ, ਦੋਨਾਂ ਗੇਟਾਂ ਦੇ ਵਿੱਚ ਨੇ 2016 'ਚ 3 ਕਿਲੋਮੀਟਰ ਲੰਬਾ ਰਸਤਾ ਬਣਾ ਲਿਆ। ਰਸਤੇ ਥੋੜੇ ਪਹਿਲਾਂ ਹੀ ਚੱਲਦੇ ਹੁੰਦੇ ਜੰਗਲੀ ਜਾਨਵਰਾਂ ਦੇ, ਉਹਨੂੰ JCB ਮਸ਼ੀਨਾਂ ਲਗਾ ਕੇ ਰਾਤ 10-12 ਮਸ਼ੀਨਾਂ ਲਗਾ ਕੇ ਪੱਧਰਾ ਕਰ ਲਿਆ। ਉਹ ਕ੍ਰਿਮੀਨਲ ਕੰਪਲੇਂਟ ਅੱਜ ਵੀ ਪੈਂਡਿੰਗ ਹੈਗੀ ਆ, ਹੁਣ ਹਾਈ ਕੋਰਟ ਦੇ ਵਿੱਚ ਚਲੇ ਗਈ ਆ। ਉਹ 16 ਦੀ ਚੱਲ ਰਹੀ ਹੈ, ਪਰੰਤੂ ਹੁਣ ਇਹ ਪੁਰਾਣੇ ਰਸਤੇ ਨੂੰ ਪੱਧਰਾ ਕਰਕੇ। ਸਰ, ਤੁਸੀਂ ਜਿੱਦਾਂ ਕਿਹਾ ਕਿ ਪੁਲਿਸ ਵੀ ਮੂਲ ਦਰਸ਼ਕ ਬਣ ਕੇ ਖੜੇ ਨਹੀਂ, ਕਿਸੇ ਵੀ ਤਰ੍ਹਾਂ ਦਾ ਐਕਸ਼ਨ ਨਹੀਂ ਹੋਇਆ, ਹਾਲਾਂਕਿ ਕ੍ਰਿਮੀਨਲ ਹਜੇ ਵੀ ਪੈਂਡਿੰਗ ਹੈ, ਤੁਹਾਡਾ ਸਟਾਫ ਵੀ ਇੱਥੇ ਖੜਿਆ। ਤੁਸੀਂ ਹੁਣ ਕਿਸੇ ਮੰਤਰੀ ਨੂੰ ਇਹਦੀ ਸ਼ਿਕਾਇਤ ਦੋਗੇ? ਕਿਉਂਕਿ ਅਸੀਂ ਬਹੁਤ ਵੱਡੇ ਲੈਵਲ ਤੇ, ਮੈਂ DGP ਸਾਹਿਬ ਨੂੰ ਲਿਖਿਆ, ਮੈਂ DC ਸਾਹਿਬ ਨੂੰ, ਸਾਰਿਆਂ ਦੀ ਨੌਲੇਜ ਹੈ। ਹੁਣ ਕਾਰਵਾਈ ਹੋ ਰਹੀ ਹੈ ਇਹਨਾਂ ਤੇ। ਉਹ ਕਹਿ ਰਹੇ ਕਿ IO ਇਕੱਠਾ ਕਰ ਰਿਹਾ, ਇਹ ਇਨਕੁਆਰੀ ਪਾਈ ਹੈ, ਕਿਤੇ SP ਸਾਹਿਬ ਕੋਲ ਮਿਸਲ ਪਈ ਹੈ, ਵਾਪਸ ਹੋ ਕੇ ਪਰਚਾ ਦਰਜ ਕੀਤਾ ਜਾਊਗਾ। ਜਿਵੇਂ ਉਹ ਗੱਲ ਕਰ ਰਿਹਾ ਵੀਡੀਓ ਦੇ ਵਿੱਚ 2.5 ਏਕੜ ਦੇ ਅਸੀਂ ਫਾਰਮ ਵੇਚ ਰਹੇ ਹੈਗੇ ਆ, ਲੈਂਡ ਫਾਰਮ, ਕੀ ਇਹਦੇ ਵਿੱਚ ਉਹ ਤਾਂ ਨਹੀਂ ਹੈਗਾ ਵੀ ਜਿਹੜੇ ਅਫਸਰ ਜਿਹੜੇ ਕਾਰਵਾਈ ਨਹੀਂ ਕਰਦੇ ਕਿ ਉਹਨਾਂ ਦਾ ਹੱਥ ਹੋਵੇ? ਦੇਖੋ, ਸੇਲ ਪਰਚੇਜ਼ ਤੇ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰ ਚੁੱਕਾ। PLPA ਸੇਲ ਪਰਚੇਜ਼ ਤੇ ਕੋਈ ਬੈਨ ਨਹੀਂ ਹੈ, ਅਨਟਿਲ ਅਨਲੈਸ ਕੋਈ ਕੋਰਟ, ਜਿਸ ਤਰ੍ਹਾਂ ADC ਸਾਹਿਬ ਨੇ ਸਾਰੇ ਕੋਰਟਾਂ 'ਚ ਸਟੇ ਕੀਤੀ ਹੈ, ਹਾਈ ਕੋਰਟ ਨੇ ਸਟੇ ਕੀਤੀ, ਹੁਣ ਸੁਪਰੀਮ ਕੋਰਟ ਦੇ ਆਰਡਰਾਂ ਤੇ ਵੀ ਰਜਿਸਟ੍ਰੇਸ਼ਨ ਸਟੇ ਹੋ ਜੇ ਤਾਂ ਨਹੀਂ ਵੇਚ ਸਕਦੇ। ਇਹਦੀ ਤਕਸੀਮ ਹੋ ਸਕਦੀ ਹੈ ਜ਼ਮੀਨ ਦੀ? ਨਹੀਂ, ਤਕਸੀਮ ਬਿਲਕੁਲ ਨਹੀਂ ਹੋ ਸਕਦੀ। ਮੁਸ਼ਤਰਕਾ ਮਾਲਕਾਂ ਦੇ ਉਹਨਾਂ ਨੇ ਕਿਹਾ ਵੀ ਤਕਸੀਮ ਹੋਈ ਹੋਈ ਆ। ਉਹ ਕਹਿੰਦਾ ਨਹੀਂ। ਦੇਖੋ, ਜਿਹੜੇ ਲੋਕਾਂ ਨੇ ਫਾਰਮ ਹਾਊਸ ਲਏ ਨੇ
ਉਹਨਾਂ ਦੀਆਂ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ। ਅਸੀਂ ਸਾਨੂੰ ਵੀ ਆ ਰਹੀਆਂ, ਬਾਕੀ ਲੋਕਾਂ ਦੀਆਂ ਵੀ ਆ ਰਹੀਆਂ। ਰਜਿਸਟ੍ਰੇਸ਼ਨ ਨਹੀਂ ਹੋਣੀ ਚਾਹੀਦੀ। ਰਜਿਸਟਰੀ ਤਾਂ ਇੰਨੇ ਵਟਾ ਇੰਨੇ ਸ਼ੇਅਰ ਲਿਖ ਦਿੰਦੇ, ਕੋਈ ਸਪੈਸੀਫਾਈ ਨਹੀਂ ਕਰਦੇ। 5 ਪਿੰਡਾਂ ਦੀ ਸਟੇਟ ਓਨਲੀ ਕਰੌਰਾ, ਫਰਦ ਦੇ ਵਿੱਚ ਕਰੌਰਾ ਲਿਖਿਆ ਜਾਂਦਾ। ਪਿੰਡ ਦੀ ਜ਼ਮੀਨ ਮਸੂਲ ਦੀ ਹੁੰਦੀ ਹੈ, ਕਾਨੇ ਦੀ ਬਾੜੀ ਹੁੰਦੀ, ਟਾਂਡਾ ਟਾਂਡੀ ਹੁੰਦੀ। ਪਿੰਡ ਵਾਈਜ਼ ਤਕਸੀਮ ਮੈਂ ਕਹਿੰਦਾ ਹੋਣੀ ਚਾਹੀਦੀ ਹੈ ਤਾਂ ਕਿ ਬੰਦੇ ਨੂੰ ਲੋਕੇਸ਼ਨ ਪਤਾ ਚੱਲ ਸਕੇ। ਤੁਹਾਨੂੰ ਨਵਾਂ ਗਾਉਂ ਦੀ ਜ਼ਮੀਨ ਲੈ ਕੇ ਮਸੂਲ ਦੇ ਵਿੱਚ ਫਾਰਮ ਹਾਊਸ ਦੇ ਦਿੱਤੇ ਜਾਂਦੇ, ਉਹ ਕਿਹਦੀ ਗਲਤੀ ਹੈ? ਉਹ ਤਾਂ ਵਣ ਵਿਭਾਗ ਦੀ ਕੋਈ ਗਲਤੀ ਅੱਛਾ ਨਹੀਂ। ਜੀ, ਇੱਕ ਗੱਲ ਦੱਸੋ ਜੀ ਵੀ ਤੁਹਾਡੇ ਕੋਲੇ ਹੁਣ ਤੁਸੀਂ ਉੱਥੋਂ ਦੀ ਰਿਆਸਤ ਆ ਤੁਹਾਡੀ ਪੂਰਾ, ਉੱਥੇ ਜਿਹੜਾ ਹੈਗਾ ਉੱਥੇ ਬਹੁਤ ਸਾਰੇ ਬਿਊਰੋਕਰੇਟਸ ਉਹ ਕਹਿੰਦੇ ਹੈਗੇ ਉਹਦੇ ਉੱਤੇ ਹੈਗੇ ਆ ਫਾਰਮ ਲੈਂਡ ਬਣਾਏ ਹੋਏ ਨੇ, ਉਹ ਮੁੱਖ ਤੌਰ ਤੇ ਕਿਹੜੇ ਹੈ ਕਿ ਉਹ ਲੀਗਲ ਹੈਗੇ ਆ ਜਾਂ ਦੇਖੋ, ਇਹ ਅਸੀਂ ਆਇਡੈਂਟੀਫਿਕੇਸ਼ਨ ਲਈ ਇੱਕ ਟੀਮ ਬਣਾਈ ਹੋਈ ਹੈ, ਕਿਉਂਕਿ ਆਮ ਤੌਰ ਤੇ ਫਾਰਮ ਹਾਊਸ ਦੇ ਨਾਂ ਕੁਝ ਹੋਰ ਲਿਖਿਆ ਜਾਂਦਾ ਹੈ, ਰੈਵਨਿਊ ਰਿਕਾਰਡ 'ਚ ਕੋਈ ਹੋਰ ਹੁੰਦਾ ਹੈ, ਉਹਨੂੰ ਯੂਜ਼ ਕੋਈ ਹੋਰ ਕਰ ਰਿਹਾ ਹੁੰਦਾ। ਸੋ ਪ੍ਰੋਪਰ ਉਹ ਕਰਨ ਲਈ ਅਸੀਂ ਉੱਪਰੋਂ ਡਰੋਨ ਸਰਵੇ ਕਰਵਾ ਰਹੇ ਹਾਂ, ਪੂਰਾ ਲੈ ਕੇ ਰਿਕਾਰਡ ਅਸੀਂ ਪੂਰਾ ਰੈਵਨਿਊ ਰਿਕਾਰਡ 'ਚ ਦੇਖਾਂਗੇ ਕਿਸ ਬੰਦੇ ਦੇ ਨਾਂ ਹੈ ਤੇ ਕੌਣ ਯੂਜ਼ ਕਰ ਰਿਹਾ। ਫਿਰ ਗਮਾਡਾ ਨੂੰ ਲਿਖਿਆ ਜਾਊਗਾ ਦੀ ਡੈਮੋਲੀਸ਼ਨ ਲਈ ਜਾਂ ਇਹਦਾ ਰੈਗੂਲਰਾਈਜ਼ ਲਈ। ਹਾਂ, ਕਮੇਟੀ ਬਣਾਈ। ਸਵਾਲ ਇਹ ਹੈ ਬੇਸਿਕਲੀ ਕਿ 500 ਪੇੜ ਤੁਸੀਂ ਐਫਆਈਆਰ 'ਚ ਵੀ ਦਰਜ ਹੈ, 500 ਪੇੜ ਉਖਾੜੇ ਗਏ। ਉਹਨਾਂ ਦਾ ਇਹ ਕਹਿਣਾ ਹੈ ਕਿ ਉੱਥੇ ਕੋਈ ਪੱਕਾ ਸਟਰਕਚਰ ਜਾਂ ਕੋਈ ਫਾਰਮ ਹਾਊਸ ਅਜਿਹਾ ਨਹੀਂ ਹੈ। ਕੀ ਕੁਝ ਉੱਥੇ ਹੈਗਾ ਜਾਂ ਫਾਰਮ ਹਾਊਸ ਬਣਿਆ ਹੋਇਆ ਹੈ ਜਾਂ ਦੇਖੋ, ਜੇ ਹੈ ਨਹੀਂ ਸੀ ਪੱਕਾ, ਫਿਰ ਇਹ ਕਿਉਂ ਕਹਿ ਰਹੇ ਕਿ ਸਾਡੀ ਡੈਮੋਲੀਸ਼ਨ ਗਲਤ ਕੀਤੀ ਗਈ ਹੈ? ਕਿ ਨਾ ਗਮਾਡਾ ਦੇ ਏਰੀਏ 'ਚ ਇਹਨਾਂ ਦੇ ਕਾਟੇਜ ਬਣੀ ਹੋਈ ਸੀਗੀ ਤੇ ਇੱਕ ਸੜਕ ਬਣੀ ਹੋਈ ਸੀ ਇੱਟਾਂ ਦੀ, ਉਹ ਅਸੀਂ ਰਿਮੂਵ ਕੀਤੀ ਹੈ, ਗਮਾਡਾ ਵਾਲਿਆਂ ਨੇ ਕੀਤੀ ਆ, ਕਿਉਂਕਿ ਉਹਨਾਂ ਦੇ ਪ੍ਰਵਿਊ ਸੀ, ਉਹਨਾਂ ਦੀ ਜ਼ਿੰਮੇਵਾਰੀ ਸੀਗੀ। ਉਹ ਸਾਡੇ ਕਹਿਣ ਤੇ ਨਹੀਂ, ਅਸੀਂ ਇੱਕ ਲੈਟਰ ਲਿਖੇ ਆ ਕਿ ਭੋਲੇ ਭਾਲੇ ਲੋਕਾਂ ਦਾ ਜੋ ਹੈ 50 ਲੱਖ ਦਾ 20 ਲੱਖ ਦਾ ਜੋ ਫਾਰਮ ਹਾਊਸ ਖਰੀਦੇ, ਕਮ ਸੇ ਕਮ ਉਹ ਰਿਕਾਰਡ ਨਹੀਂ ਦੇਖ ਰਹੇ। ਹੁਣ ਜਾਂ ਤਾਂ ਲੋਕਾਂ ਦੀ ਨਾ ਸਮਝੀ ਹੈ ਜਾਂ ਅਲਿਓਰਮੈਂਟ ਐਡੀ ਵੱਡੀ ਹੈ ਕਿ ਉਹ ਲੋਕ ਜਿਹੜੇ ਹੈਗੇ ਇਹਨਾਂ ਵੱਲ ਅਟਰੈਕਟ ਹੋ ਰਹੇ। ਉਹ ਕਹਿ ਰਹੇ ਆ ਕਿ ਫੋਰੈਸਟ ਹਿਲ ਰਿਜ਼ੋਰਟ ਵੀ ਬਣਿਆ, ਉਹ ਵੀ ਕਾਫੀ 5-600 ਏਕੜ ਦੇ ਵਿੱਚ ਬਣਿਆ, ਔਰ ਜੋ ਸੜਕਾਂ ਬਣੀਆਂ ਨੇ, ਕੀ ਉਹ ਲੀਗਲ ਹੈ? ਮਾਰਕੀਟ ਦੇਖੋ, ਫੋਰੈਸਟ ਰਿਜ਼ੋਰਟ ਦਾ ਹੀ ਮੈਂ ਤੁਹਾਨੂੰ ਦੱਸਿਆ ਸੀ ਕੇਸ ਚੱਲਿਆ, 1996 ਤੋਂ ਕੇਸ ਚੱਲਿਆ। ਉਹਦੇ 'ਚ ਸਜ਼ਾ ਵੀ ਹੋਈ 4 ਕੇਸਾਂ 'ਚ। 4 ਕੇਸ ਹੋਰ ਲਗਾਏ ਸੀ 2002 'ਚ। ਮੇਰੇ ਕੋਲ ਪੂਰਾ ਡਾਟਾ ਹੈਗਾ ਕਿ ਕਿੰਨੇ ਕੇਸ ਪੁਰਾਣੇ ਸਮੇਂ ਤੋਂ ਚੱਲ ਰਹੇ ਆ। ਜੇ ਇਹਨਾਂ ਦੇ ਕੇਸਾਂ ਦੀ ਲਿਸਟ ਮੈਂ ਦੱਸ ਜਾਵਾਂ ਫਿਰ ਮੇਰੇ ਖਿਆਲ ਰਾਤ ਪੈ ਜਾਣੀ ਹੈ, ਤਾਂ ਕੇਸ ਨਹੀਂ ਮੁੱਕਣੇ ਹੈਗੇ ਜੇ ਪੂਰੀ ਡਿਟੇਲ 'ਚ ਆਪਾਂ ਦੱਸੀਏ। ਉਹ ਮੈਂ ਪ੍ਰੈਸ ਨੋਟ ਦੇ ਵਿੱਚ ਸਾਰੇ ਲਿਖ ਦਿੱਤੇ ਆ, ਕਿਹੜੇ ਕਿਹੜੇ ਕੇਸ ਚੱਲ ਰਹੇ, ਕਿਹੜੇ ਕਿਹੜੇ ਨਹੀਂ ਚੱਲ ਰਹੇ। ਬਹੁਤ ਪੁਰਾਣੀ ਲਿਟੀਗੇਸ਼ਨ ਚੱਲ ਰਹੀ। ਤੁਹਾਡੇ ਫੋਰੈਸਟਲ ਦੇ ਵੀ ਬਾਰੇ ਪਹਿਲਾਂ ਹਾਈ ਕੋਰਟ ਨੇ ਡੈਮੋਲੀਸ਼ਨ ਦੇ ਆਰਡਰ ਕੀਤੇ ਸੀ, ਫਿਰ ਹਾਈ ਕੋਰਟ ਨੇ ਸਟੇ ਲਈ, ਹਾਈ ਕੋਰਟ ਸੁਪਰੀਮ ਕੋਰਟ ਨੇ ਰੈਫਰ ਬੈਕ ਕੀਤਾ ਕਿ ਨਜ਼ਰਸਾਨੀ ਕਰੋ ਫੈਸਲੇ ਤੇ। ਨਜ਼ਰਸਾਨੀ ਕਰਕੇ ਹਾਈ ਕੋਰਟ ਨੇ ਕਿਹਾ ਫੋਰੈਸਟ ਏਰੀਆ PLP ਫੋਰੈਸਟ ਏਰੀਆ ਨਹੀਂ ਹੁੰਦਾ, ਇਹਨੂੰ ਆਇਡੈਂਟੀਫਾਈ ਕਰੋ। ਅਸੀਂ ਆਇਡੈਂਟੀਫਾਈ ਕੀਤਾ ਕਿ ਇਹ ਫੋਰੈਸਟ ਏਰੀਆ 'ਚ ਪੈਂਦਾ। ਇਨ ਦਾ ਮੀਨ ਟਾਈਮ 53 ਹੈਕਟੇਅਰ ਏਕੜ ਏਰੀਆ ਜਿਹੜਾ ਇਹਦਾ ਡੀਲਿਸਟਡ ਹੈ, ਉਹਦੇ 'ਚ ਜੋ ਵੀ ਫਾਰਮ ਹਾਊਸ ਬਣਿਆ ਸਾਰਾ ਉਹ ਡੀਲਿਸਟਡ ਏਰੀਆ 'ਚ ਬਣਿਆ ਹੋਇਆ। ਤਾਂ ਸਰ ਇੱਕ ਸਵਾਲ ਸਰ ਤੁਸੀਂ ਜਿੱਦਾਂ ਕਿਹਾ ਕਿ ਇਸ ਕੇਸ ਨੂੰ ਲੈ ਕੇ ਦੂਜੇ ਵੀ ਹੋਰ ਵੀ ਕਈ ਰਿਜ਼ੋਰਟ ਉੱਤੇ ਬਣੇ ਹੋਏ ਤੇ ਮਿਲੀ ਭੁਗਤ ਕਿਸੇ ਨਾ ਕਿਸੇ ਤੁਹਾਨੂੰ ਲੱਗਦਾ ਕਿ ਤੁਹਾਡੇ ਡਿਪਾਰਟਮੈਂਟ ਦੀ ਵੀ ਕਿਤੇ ਨਾ ਦੇਖੋ, ਕਿਤੇ, ਕਿਉਂਕਿ ਅਸੀਂ ਪੂਰਾ ਜਿੱਥੇ ਤੱਕ ਅੱਜ ਦੀ ਜਾਣਕਾਰੀ ਹੈ, ਸਾਰੇ ਜਿੰਨੇ ਵੀ ਏਰੀਆ ਨੇ ਸਾਰੇ ਡੀਲਿਸਟਡ ਲੈਂਡ 'ਚ ਬਣੇ ਹੋਏ ਆ। ਕਿਸੇ ਨੇ 1 ਕਿੱਲਾ ਖੇਵਟ ਲਿਆ, ਕਿਸੇ ਨੇ 2 ਕਿੱਲਾ ਖੇਵਟ ਲਿਆ, ਪਿਓਰ ਲੈਂਡ ਲੈ ਕੇ ਲਗਾ ਲਿਆ। ਪਿੱਛੇ ਕੁਝ ਕਰਦੇ ਜਿੰਨੀ ਮਾਈਨਰ ਵਾਇਲੇਸ਼ਨ ਕੋਈ ਹੋਊਗੀ ਉਹ ਅਸੀਂ ਆਇਡੈਂਟੀਫਾਈ ਕਰ ਰਹੇ, ਕਿਉਂਕਿ ਰੈਵਨਿਊ ਦਾ ਲੀਸਟ ਕਾਊਂਟ ਹੈ ਜਿਹੜਾ ਨਿਸ਼ਾਨਦੇਹੀ ਕਰ ਜਾਂਦੇ ਕਿੱਲਾ ਅੱਧਾ ਕਿੱਲਾ ਵੀ ਛੱਡ ਜਾਂਦੇ ਆ। ਪਰ ਹੁਣ ਡਿਜੀਟਾਈਜੇਸ਼ਨ ਕਰ ਰਹੇ ਹਾਂ, ਉੱਥੇ 1-1 ਇੰਚ ਦਾ ਪਤਾ ਲੱਗ ਜਾਏਗਾ ਕਿੱਥੇ ਵਾਇਲੇਸ਼ਨ ਹੋਈ ਹੈ, ਉਹ ਅਸੀਂ ਬਿਲਕੁਲ ਪ੍ਰੋਸੀਕਿਊਟ ਕਰਾਂਗੇ। ਕਮਰਸ਼ੀਅਲ ਐਕਟੀਵਿਟੀ ਵੀ ਨਹੀਂ ਹੋ ਸਕਦੀ, ਨਹੀਂ ਹੋ ਸਕਦੀ, ਆਪਣੇ ਮੈਰਿਜ ਪੈਲੇਸ ਵੀ ਬਣੇ ਹੋਏ ਆ, ਰਿਜ਼ੋਰਟ ਵੀ ਗਲਤ ਬਣਿਆ ਹੋਇਆ। ਕਮਰਸ਼ੀਅਲ ਐਕਟੀਵਿਟੀ ਤੁਸੀਂ ਕਿੱਦਾਂ ਪਰ ਕਮਰਸ਼ੀਅਲ ਐਕਟੀਵਿਟੀ ਜਦੋਂ ਡੀਲਿਸਟ ਹੋਈ ਸੀ, ਚੀਫ ਸੈਕਟਰੀ ਦੀ ਮੀਟਿੰਗ ਦਾ ਫੈਸਲਾ ਲੈਟਰ ਹੈ ਆਪਣੇ ਕੋਲ ਕਿ ਇਹ ਫਲਾਣੇ ਮਹਿਕਮੇ ਨੇ ਰੋਕਣੀ। ਦਿਸ ਇਜ਼ ਨਾਟ ਅੰਡਰ ਪ੍ਰੀਵਿਊ ਆਫ ਫੋਰੈਸਟ ਡਿਪਾਰਟਮੈਂਟ। ਤੁਸੀਂ ਇੱਕ ਗੱਲ ਦੱਸੋ ਕਿ ਡਿਮਾਰਕੇਸ਼ਨ ਦਾ ਤੁਹਾਡਾ ਫੋਰੈਸਟ ਤੇ ਨਾਨ ਫੋਰੈਸਟ ਹੋਇਆ ਹੀ ਨਹੀਂ 2 ਪਿੰਡਾਂ ਤੋਂ ਸਾਡੇ ਨਹੀਂ, ਕਰੌਰਾਂ ਦਾ ਡਿਮਾਰਕੇਟਡ ਹੈ, ਬਾਕੀ ਬਟ ਜੰਗਲ ਚ ਫਾਰਮ ਹਾਊਸ ਬਣੇ ਹੋਏ ਜੀ, ਉਹ ਫੋਰੈਸਟ ਡਿਪਾਰਟਮੈਂਟ ਕਿਉਂ ਚੈੱਕ ਕਰਦਾ? ਨਹੀਂ, ਸਾਰੇ ਚੈੱਕ ਕਰ ਰਹੇ ਜੀ ਅਸੀਂ। ਸਾਡੇ ਕੋਲ ਪੂਰੀ ਲਿਸਟ ਬਣੀ ਹੋਈ ਹੈ, ਸਾਰੀ ਲਿਸਟ ਬਣੀ ਹੋਈ ਹੈ। ਕੁਝ ਕੇਸ ਵੀ ਚੱਲ ਰਹੇ ਸਾਡੇ ਕੋਰਟ 'ਚ, ਕੇਸ ਵੀ ਚੱਲ ਰਹੇ। ਜਿਹੜੀ ਕਮੇਟੀ ਬਣਾਈ ਹੈ ਚੈੱਕ ਕਰਨ ਨੂੰ ਦੀ ਕਿਹੜੇ ਰਹਿ ਰਹੇ ਆ, ਤੇ ਉਹ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਬਣਾਈ ਹੈ ਜਾਂ ਨਹੀਂ, ਅਸੀਂ ਸ਼ੁਰੂ ਪਹਿਲਾਂ ਕਰ ਦਿੱਤਾ ਸੀ, ਬਟ ਸਾਡੇ ਮੋਹਾਲੀ 'ਚ ਪ੍ਰੋਬਲਮ ਕੀ ਇੱਥੇ ਡਿਜੀਟਾਈਜੇਸ਼ਨ ਨਹੀਂ ਹੈਗੀ ਸੀ। ਸੋ ਹੁਣ ਡਿਜੀਟਾਈਜੇਸ਼ਨ ਹੋ ਗਈ ਹੈ ਤਾਂ ਅਸੀਂ ਸ਼ੁਰੂ ਕਰਤੀ ਹੈ ਤੇ ਉਹਦੇ ਨਾਲ ਬਿਲਕੁਲ ਕਲੀਅਰ ਪਤਾ ਲੱਗ ਜੂਗਾ। ਉੱਥੇ ਫੋਰੈਸਟ ਜਿਹੜਾ ਇਹਨਾਂ ਦਾ ਰਿਜ਼ੋਰਟ ਹੈ, ਫੋਰੈਸਟ ਰਿਜ਼ੋਰਟ, ਉੱਥੋਂ ਦੀ ਟਾਂਡੇ ਤੱਕ ਵੀ ਇਹਨਾਂ ਨੇ ਕੋਈ ਟਰੈਕ ਬਣਾਇਆ? ਟੰਡ ਇਸੇ ਦੀ ਗੱਲ ਹੋ ਰਹੀ ਹੈ। ਨਹੀਂ, ਇਹ ਤਾਂ ਤੁਸੀਂ ਟਰੈਕ ਕਰ ਲਓ ਮਸੌਲ ਟੂ ਟਾਂਡਾ, ਇੱਕ ਅੱਛਾ, ਹੈ ਨया ਹਾਂ। गांव ਤੋਂ ਟਾਂਡਾ। ਨया गांव ਟਾਂਡਾ, ਉਹਦਾ ਵੀ ਕੇਸ ਚੱਲ ਰਿਹਾ ਕੋਰਟ। ਉਹ ਤੁਸੀਂ ਉਹ ਵੀ ਕੋਰਟ ਕੇਸ ਚੱਲ ਰਿਹਾ, ਉਹ ਕੋਰਟ ਕੇਸ 3 ਸਾਲ ਤੋਂ ਪੁਰਾਣਾ ਚੱਲ ਰਿਹਾ। ਤੇ ਉਹਦੇ ਵਿੱਚ ਵੀ ਪਰਚਾ ਦੇ ਦਿੱਤਾ ਤੁਸੀਂ ਇਹਨਾਂ ਤੇ?
ਨਹੀਂ ਪਰਚਾ ਨਹੀਂ, ਉਹਦੇ ਤੇ ਸਾਡੀ ਕੰਪਲੇਂਟ ਕੇਸ ਚੱਲ ਰਹੀ, ਕਾਨੂੰਨੀ ਕੰਪਲੇਂਟ ਚੱਲ ਰਹੀ। ਉਹਦੇ ਤੇ ਪਰਚਾ ਕਿਉਂ ਨਹੀਂ ਦਿੱਤਾ? ਉਹਦੇ ਤੇ ਦਿੱਤਾ ਸੀ ਲਿਖ ਕੇ, ਉਹਦੇ ਤੇ ਲਿਖ ਕੇ ਦਿੱਤਾ ਸੀ, ਪਰ ਪੁਲਿਸ ਵਾਲੇ ਉਹਨੂੰ ਪਰਚਾ ਕਰਦੇ ਨਹੀਂ ਕਿ ਤੁਹਾਡੇ ਪ੍ਰਭੂ ਚ ਆਉਂਦਾ ਤੁਸੀਂ ਕਰੋ। ਜੇ ਤੁਹਾਡੀ 186 353 ਨਹੀਂ ਲਾਉਂਦੇ ਅਸੀਂ ਵੇਟ ਕਰਦੇ ਰਹਿੰਦੇ FIR ਦੀ, ਫਿਰ ਅਸੀਂ ਆਪਣੇ ਵੱਲੋਂ ਕੰਪਲੇਂਟ ਕੇਸ ਫਾਈਲ ਕਰ ਦਿੰਦੇ। ਕਮ ਸੇ ਕਮ ਜ਼ਮਾਨਤ ਕਰਾਉਣ ਜਾਊਗਾ ਬੰਦਾ, ਉਹਨੂੰ ਹਰਾਸਮੈਂਟ ਹੋਊਗੀ। ਹਰਾਸਮੈਂਟ ਆ ਕੋਰਟ ਕੇਸਾਂ 'ਚ ਜੁਰਮਾਨਾ ਬਹੁਤ ਘੱਟ ਹੈ। ਪੁਰਾਣਾ ਐਕਟ ਹੈ, ਇਹਨੂੰ ਥੋੜਾ ਰੀਵੈਲੀਡੇਟ ਕਰਨ ਦੀ ਜ਼ਰੂਰਤ ਹੈ, ਅਪਡੇਟ ਕਰਨ ਦੀ ਜ਼ਰੂਰਤ ਹੈ। ਇਹਦੀ ਸਜ਼ਾ ਦੀ ਪ੍ਰੋਵੀਜ਼ਨ ਵਧੇ, ਹੁਣ 15 ਦਿਨ ਦੀ ਸਜ਼ਾ ਉਹਨੂੰ ਹੋਈ ਹੈ। ਉੱਥੇ ਨੇਚਰ ਆਫ ਲੈਂਡ ਹੈ ਕੀ ਹੈ? ਇਹ ਕਹਿ ਰਹੇ ਨੇ ਕਿ ਐਗਰੀਕਲਚਰ ਲੈਂਡ ਹੈ। ਬਿਲਕੁਲ ਨਹੀਂ ਜੀ, ਬਿਲਕੁਲ ਪਹਾੜ ਨੇ, ਖੜੇ ਪਹਾੜ ਹੈ। ਤੁਸੀਂ ਕਨਫਰੰਟ ਕਿਉਂ ਨਹੀਂ ਕੀਤਾ ਹੁਣ ਤੱਕ ਪ੍ਰੂਫ ਨਾਲ ਕਿ ਵੀ ਉਹ ਤਾਂ ਉਹ ਕਹਿੰਦਾ ਮੇਰੇ 15 ਸਾਲ ਤੋਂ ਗੇਟ ਬਣਿਆ ਹੈ? ਨਹੀਂ ਜਦੋਂ ਤੋਂ ਅਪਲਾਈ ਕੀਤਾ ਨਾ, ਜਦੋਂ ਡੀ ਲਿਸਟ ਹੋਇਆ, ਬਿਲਕੁਲ ਠੀਕ ਹੋ ਸਕਦਾ। ਡੀ ਲਿਸਟ ਏਰੀਆ 'ਚ ਉਹ ਗੇਟ ਬਣਾ ਰਿਹਾ, ਡੀ ਲਿਸਟ ਰੋਕਣਾ ਸਾਡਾ ਫਰਜ਼ ਨਹੀਂ। ਉਹ ਗਮਾਡਾ ਦੇ ਪ੍ਰੀਵਿਊ 'ਚ ਹੈ। ਗਮਾਡਾ ਵੀ ਸਰਕਾਰੀ ਹੈ ਤੁਹਾਡੀ ਹੈ? ਹਾਂ ਬਿਲਕੁਲ, ਅਸੀਂ ਤਾਂ ਗਮਾਡਾ ਵਾਲਿਆਂ ਨੂੰ ਲਿਖਿਆ ਵੀ ਹੈ ਕਿ ਇੰਨੇ ਫਾਰਮ ਹਾਊਸ ਨੇ ਆ, ਤੁਸੀਂ ਆਪਣਾ ਜੇ ਰੈਗੂਲਾਈਜ਼ ਕਰਨੇ ਰੈਗੂਲਾਈਜ਼ ਕਰੋ, CLU ਦੇਣੀ CLU ਦਿਓ। ਅਗਰ ਡੈਮੋਲਿਸ਼ਨ ਹਾਂ ਉਹ ਕਰਦੇ ਆ, ਕਹਿੰਦੇ ਪ੍ਰੋਸੈਸ ਹੈ, ਸਟਾਫ ਦੀ ਘਾਟ ਹੈ ਜਾਂ ਜਿੱਦਾਂ ਵੀ ਹੈਗਾ। ਗਮਾਡਾ ਵੀ ਸ਼ੱਕ ਦੇ ਘੇਰੇ 'ਚ, ਜਿਵੇਂ ਪੁਲਿਸ ਸ਼ੱਕ ਦੇ ਘੇਰੇ 'ਚ ਆ, ਪੁਲਿਸ ਨੇ FIR ਤੇ ਦਰਜ ਕੀਤੀ। ਨਹੀਂ ਸ਼ੱਕ ਦੇ ਘੇਰੇ ਤਾਂ ਫਿਰ ਮਹਿਕਮੇ ਸਾਰੇ ਹੈਗੇ ਹੀ ਆ, ਅਸੀਂ ਉਹ ਇਕੱਲੇ ਲੜ ਰਹੇ ਆ। ਉਹ ਔਰ ਉਸ ਬੰਦੇ ਨੂੰ ਵੀ ਸਾਡੇ ਤੇ ਹੀ ਗਰਜ ਹੈ, ਸਾਡੇ ਤੇ ਹੀ ਰੰਜਿਸ਼ ਹੈ। ਇਹ ਝੂਠੀਆਂ ਤੁਸੀਂ ਕਿਸੇ ਦੇ ਵੀਡੀਓ ਬਣਾ ਕੇ ਸਿਰੇ ਦੂਜੇ ਰਿਜ਼ੋਰਟ ਦੇ ਤੁਸੀਂ ਮੰਨੀ ਇਹ ਗੱਲ ਕਿ ਨਾ ਕਿਸੇ ਹੋਰ ਦਾ ਮੁੱਦਾ ਤੇ ਕਿਸੇ ਹੋਰ ਦੇ ਨਾਂ ਤੇ ਚੱਲ ਰਿਹਾ, ਉਹਨਾਂ ਤੇ ਕੋਈ ਕਾਰਵਾਈ ਦੀ ਗੱਲ ਕਿ ਇਹ ਨਵੀਂ ਚੀਜ਼ ਨਹੀਂ ਹੈ। ਕਿ ਬਹੁਤ ਸਾਲ ਤੋਂ, ਜਿੱਦਾਂ ਮੇਰੇ ਕੋਲੀਗ ਨੇ ਵੀ ਕਿਹਾ ਸੀਗਾ ਕਿ ਹੁਣ ਜਾਦੂ ਦੀ ਚੜੀ ਤਾਂ ਹੈ ਨਹੀਂ ਕਿ ਹੁਣੇ ਬਣ ਗਈ, ਇਹ ਤਾਂ ਕਾਫੀ ਟਾਈਮ ਤੋਂ ਚੱਲ ਰਿਹਾ ਨਾ ਉੱਥੇ। ਕਾਫੀ ਟਾਈਮ, ਮੈਂ ਤੁਹਾਨੂੰ ਕਿਹਾ 96 ਤੋਂ ਲਿਟੀਗੇਸ਼ਨ ਚੱਲ ਰਹੀ ਹੈ। ਕਦੇ ਹਾਈ ਕੋਰਟ ਤੋਂ ਸਟੇ ਲਿਆ, ਹੁਣ 4 ਕੇਸਾਂ ਸਜ਼ਾ ਹੋਣੀ ਸੀ, ਫਿਰ ਹਾਈ ਕੋਰਟ ਤੋਂ ਸਟੇ ਲਿਆ। PRK ਦੀ ਜਗ੍ਹਾ ਤੇ ਆਪਾਂ ਕੰਸਟਰਕਸ਼ਨ ਨਹੀਂ ਕਰ ਸਕਦੇ ਤੇ ਕਿੱਕਰ ਰਿਜ਼ੋਰਟ ਕਿਵੇਂ ਬਣਿਆ ਹੋਇਆ ਰੋਪੜ ਵਾਲਾ? ਨਹੀਂ ਕਿੱਕਰ ਰਿਜ਼ੋਰਟ ਦਾ ਦੇਖਣਾ ਪਊਗਾ। ਵੈਸੇ ਤਾਂ ਉਹਦੇ ਏਰੀਆ ਡੀ ਲਿਸਟ, ਉਹ ਏਰੀਆ ਡੀ ਲਿਸਟ ਵੀ ਹੈ, ਪਹਾੜ 'ਚ ਤਾਂ ਹੈ ਨਾ, ਉਸ ਤੇ ਵੀ ਦੇਖਣਾ ਪਏਗਾ। ਮੇਰੇ ਕੋਲ ਉਸ ਜਗ੍ਹਾ ਦਾ ਰਿਕਾਰਡ ਨਹੀਂ ਹੈ, ਆਪਾਂ ਸੀਨੀਅਰ ਅਫੀਸਰ ਤੋਂ ਵੀ ਪੁੱਛ ਲੈਂਦੇ ਹਾਂ। ਮੋਟੀ ਕਮੇਟੀ ਦੀ ਰਿਪੋਰਟ ਕਿੰਨੇ ਟਾਈਮ ਤੱਕ ਸਬਮਿਟ ਹੋ ਜਾਏਗੀ? ਸਾਡੀ ਵਿਦਿਨ ਏ ਵੀਕ ਹੋ ਜਾਏਗੀ। ਹਾਂ ਨਹੀਂ ਰਿਪੋਰਟ ਤਾਂ ਸਾਡੇ ਕੋਲ ਬਣ ਚੁੱਕੀ, ਬਟ ਅਸੀਂ ਦੇਖਣਾ ਵੀ ਖਸਰਾ ਕਿਹੜਾ ਸਾਡੇ ਏਰੀਏ 'ਚ, ਕਿਹਦੇ ਕਿਸੇ ਨੇ ਮਾੜਾ ਮੋਟਾ ਲਾਇਆ ਹੋਇਆ, ਟੱਚ ਕੀਤਾ ਹੋਇਆ ਜਾਂ ਨਹੀਂ। ਇਹ ਵਨ ਮੰਤਰੀ ਨੂੰ ਸਬਮਿਟ ਕਰਨੀ ਹੈ? ਅਸੀਂ ਆਪਣਾ ਏਰੀਆ ਰੀਸਟੋਰ ਵੀ ਕਰਾਂਗੇ ਤੇ ਕੇਸ ਸਬਮਿਟ ਕਰਨੀ ਹੈ? ਇਹ ਰਿਪੋਰਟ ਅਸੀਂ ਆਪਣੇ ਚੀਫ ਸਾਹਿਬ ਨੂੰ ਕਰਨੀ, ਕਮਾਂਡਾ ਨੂੰ ਭੇਜਣੀ। ਇਹ ਸਾਰੇ ਮੋਹਾਲੀ ਜ਼ਿਲ੍ਹੇ ਦੇ ਸਾਰੇ ਮੋਹਾਲੀ ਸਬਮਿਟ ਕਰੋਗੇ ਪ੍ਰਵੀਨ ਕੁਮਾਰ ਜੀ? ਹਾਂਜੀ ਉਹਨਾਂ ਨੂੰ ਕਰਾਂਗੇ ਤੇ ਇੱਕ ਕਾਪੀ ਕਮਾਂਡਾ ਨੂੰ ਭੇਜਾਂਗੇ। ਕਿਉਂਕਿ ਕੁਝ ਪਿੰਡ ਨੇ ਸਾਡੇ ਸੁਲਤਾਨਪੁਰ, ਟੱਪਰੀਆਂ ਹੈਗਾ, ਸਿਸਵਾ ਦਾ ਕਾਫੀ ਏਰੀਆ ਹੈਗਾ, ਤੇ ਪੜੌਲ ਪੂਰਾ ਪਿੰਡ ਡੀ ਲਿਸਟ ਹੋ ਗਿਆ, ਮਾਜਰਾ ਵੀ ਕਾਫੀ ਡੀ ਲਿਸਟ ਲੋਕਾਂ ਦਾ। ਸੋ ਉਸ ਦੇ ਵਿੱਚ ਫਾਰਮ ਹਾਊਸ ਬਹੁਤ ਵੱਡੇ ਵੱਡੇ ਬਣੇ। ਮੈਂ ਮਿਰਜ਼ਾਪੁਰ ਬਿਲਕੁਲ ਬੰਦ ਹੈ ਜੀ। ਕਿਸੇ ਨੂੰ ਮਿਰਜ਼ਾਪੁਰ ਬਾਰੇ ਭੁਲੇਖਾ ਉਹ ਵੀ ਦੱਸ ਦਿਓ। 1914 ਦੀ ਅੱਜ ਵੀ ਐਗਜ਼ਿਸਟ ਕਰਦੀ ਹੈ। ਦੇਖੋ ਉਹ ਗਮਾਡਾ ਨੇ CLU ਕੀਤਾ ਹੋਇਆ, ਉਸ ਦਾ ਉਹ ਪੜੌਲ ਪਿੰਡ ਦੀ ਜ਼ਮੀਨ ਹੈ ਤੇ ਡੀ ਲਿਸਟਡ ਜ਼ਮੀਨ ਹੈ, ਫੋਰੈਸਟ ਏਰੀਆ ਨਾਲ ਕੋਈ ਸੰਬੰਧ ਨਹੀਂ। ਵੀਡੀਓ ਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਕੈਪਟਨ ਦੇ ਪਹਾੜੇ ਨੂੰ ਪਿਛਲੇ ਹਫ਼ਤੇ ਕਰਕੇ ਦਿੱਤਾ, ਉਹ ਕਿਹਦਾ ਵਾ? ਨਹੀਂ ਦੇਖੋ ਉਹਨੇ ਇਹੀ ਤਾਂ ਕੀਤਾ, ਇਹ ਲੈ ਲੈਣ ਉਸ ਤਰ੍ਹਾਂ। ਉਹਨਾਂ ਨੇ 0.9 ਹੈਕਟੇਅਰ ਦਾ 2 ਸਾਲ ਦੇ ਵਿੱਚ CLU ਕਰਵਾਇਆ ਇਕੋ ਟੂਰਿਜ਼ਮ ਦੇ ਵਿੱਚ, ਔਰ ਲੋਕਲ ਮਟੀਰੀਅਲ ਯੂਜ਼ ਕਰਨਾ। ਐਸੀ ਚੀਜ਼ਾਂ ਨੂੰ ਪ੍ਰਫੁੱਲਤ ਕਰੋ ਤਾਂ ਕਿ ਫੋਰੈਸਟ ਏਰੀਆ ਬਚੇ। ਅਸੀਂ ਵੀ ਸਿਸਮਾ ਨੇਚਰ ਅਵੇਅਰਨੈਸ ਕੈਂਪ ਚਲਾ ਰਹੇ ਹਾਂ। ਉਹ ਕਿਉਂ ਚਲਾ ਰਹੇ ਆ ਵੀ ਭਲੇ ਲੋਕੋ ਇਹ ਫੋਰੈਸਟ ਲੱਭਣਾ ਨਹੀਂ ਮੁੜ ਕੇ, ਤੁਸੀਂ ਇਹਨਾਂ ਨੂੰ ਕੱਟ ਕੇ ਪਲਾਟ ਬਣਾ ਕੇ ਕੋਠੀਆਂ ਬਣਾਈ ਜਾਓਗੇ। ਤੁਹਾਡੀ ਸਿਸਮਾ ਪੰਚਾਇਤ ਨੇ ਤੁਹਾਡਾ ਰਸਤਾ ਬੰਦ ਕਰਤਾ, ਗੈਸਟ ਹਾਊਸ ਦਾ ਤੁਹਾਡਾ ਸਿਸਮਾ ਰੋਡ ਬੰਦ ਕਰਤਾ, ਉਹ ਕੀ ਮਾਮਲਾ ਹੈ? ਸਿਸਮਾ ਪੰਚਾਇਤ ਦਾ ਮਾਮਲਾ ਹੈ। ਦੇਖੋ ਮਿਰਜ਼ਾਪੁਰ ਦਾ ਮੈਂ ਤੁਹਾਨੂੰ ਅੱਜ ਕਲੀਅਰ ਕਰ ਦਿੰਦਾ। ਮਿਰਜ਼ਾਪੁਰ ਦੇ ਵਿੱਚ ਉਹ ਲੋਕ ਕਹਿੰਦੇ ਸੀ ਕਿ ਸਾਡਾ ਪੁਰਾਣਾ ਜਿਹੜਾ ਆਉਣ ਜਾਣ ਸੀ, ਸਾਡੇ ਸਾਰੀ ਸੀਤਲਪੁਰ ਵਗੈਰਾ ਰਿਸ਼ਤੇਦਾਰੀ ਸੀ ਪੁਰਾਣੇ ਪੰਜਾਬ ਦੀ, ਛਿਆਟ ਵਾਲੇ ਦੀ, ਉਹ ਉਦਾਂ ਹੀ ਚੱਲ ਰਹੀ ਸੀ। ਤੇ ਅੱਜ ਵੀ ਉਹ ਬੱਦੀ ਨੂੰ ਆਪਣਾ ਆਟਾ ਪਿਸਾਉਣ ਲਈ ਜਾਂਦੇ ਜਾਂ ਕੁਝ ਵੀ ਕੰਮ ਜਾਂਦੇ ਆ, ਬੱਦੀ ਨੌਕਰੀਆਂ ਕਰਦੇ ਵੀ, ਅਸੀਂ ਉਸ ਰਸਤੇ ਤੋਂ ਜਾ ਰਹੇ ਸੀ। ਤਾਂ 3 ਕਿਲੋਮੀਟਰ ਸਰਕਾਰੀ ਜੰਗਲ ਦੇ ਵਿੱਚ ਚੌੜਾ ਰਸਤਾ ਬਣਿਆ ਹੋਇਆ ਪੁਰਾਣਾ। ਉਹ ਕਹਿੰਦੇ ਐਡਾ ਵੱਡਾ ਜੰਗਲ ਸਰਕਾਰੀ ਦੇ ਵਿੱਚ ਰਸਤਾ ਬਣਿਆ ਵੀ ਤੁਹਾਡੇ ਏਰੀਏ ਦੇ ਵਿੱਚ ਜਿਹੜਾ ਹੈ ਸਾਨੂੰ ਜਾਣ ਆਉਣ 'ਚ ਪ੍ਰੋਬਲਮ ਹੁੰਦੀ ਹੈ। ਉਸ ਟਾਈਮ ਉਸ ਸਰਕਾਰ ਦੇ ਟਾਈਮ ਕਿਸੇ ਦੇ ਕਹਿਣ ਤੇ ਜਾਂ ਜਿੱਦਾਂ ਵੀ ਲੋਕਾਂ ਦੀ ਆਵਾਜ਼ ਹੁੰਦੀ ਹੈ, ਆਵਾਜ਼ ਦੇ ਨਾਲ ਉਹਨਾਂ ਨੇ ਰਸਤਾ ਬਣਾ ਲਿਆ। ਠੀਕ ਹੈ, ਬਟ ਉਹ ਵੀ ਰਸਤਾ ਗਲਤ ਬਣਿਆ। ਮੈਂ ਕੰਪਲੇਂਟ ਕੇਸ ਫਾਈਲ ਕੀਤਾ, ਮੇਰੀ ਨੌਲੇਜ ਬਹੁਤ ਲੇਟ ਆਇਆ ਕਿਉਂਕਿ ਅਸੀਂ ਡਰੋਨ ਦਾ ਹੁਣੇ ਸ਼ੁਰੂ ਕੀਤਾ। ਅਸੀਂ ਸਾਰੇ ਕਿਤੇ ਡਰੋਨ ਉਡਾਇਆ ਕਰਾਂਗੇ। ਇਹਨਾਂ ਦੀ ਵਾਇਓਲੇਸ਼ਨ ਵੀ ਸਾਨੂੰ ਡਰੋਨ ਦੇ ਰਾਹੀਂ ਆਈ। ਮਤਲਬ ਉੱਥੇ ਜਾਂਦੇ ਹੋਏ ਇੱਕ ਪੁਲਿਸ ਅਫੀਸਰ ਵੀ ਡਰਦਾ, ਇੱਕ ਵੱਡਾ ਫੋਰੈਸਟ ਅਫੀਸਰ ਵੀ ਡਰਦਾ, ਤੇ ਬਣੂਗਾ ਕੀ ਫਿਰ? ਸਰ ਕਾਰਨ ਕੀ ਹੈ, ਕਿਉਂ ਡਰਦਾ? ਡਰ ਉਹ ਅੰਦਰੋਂ ਗੇਟ ਲਗਾ ਲੈਂਦੇ। ਤੁਹਾਡੇ ਕੋਲ ਪਾਵਰਸ ਨੇ, ਚਾਹੇ ਉਹ ਵੱਡਾ ਅਫਸਰ ਹੋਵੇ, ਪਾਵਰ ਟੂ ਐਂਟਰ ਹੈ। ਬੰਦਾ ਹੋਵੇ, ਉਹ ਡਰਦਾ ਤੋਂ ਮਾਫੀਆ ਦੋਨੋਂ ਦੇਖੋ ਜੇ ਡਰਦੇ ਹੁੰਦੇ ਅਸੀਂ ਇੰਨੇ ਸਾਡੇ ਤੇ ਐਲੀਗੇਸ਼ਨ ਲੱਗੇ ਤੁਹਾਡੇ ਸਾਹਮਣੇ ਬੈਠੇ ਹੁੰਦੇ ਅੱਜ।
ਨਹੀਂ ਤੁਸੀਂ ਕਹਿ ਰਹੇ ਹੋ ਨਾ ਜੇ ਕਿ ਨਹੀਂ ਡਰਦੇ ਪੁਲਿਸ ਤਾਂ ਹੀ ਤਾਂ ਅਫਸਰ ਅਸੀਂ ਕਾਰਵਾਈ ਖੜੇ ਕੀਤੀ ਹੈ ਨਾ। ਜਾਂ ਕਿਸੇ ਤਰ੍ਹਾਂ ਦੀ ਕੋਈ ਪਰਚਾ ਨਹੀਂ ਹੁੰਦਾ, ਸਾਹਮਣੇ ਵਾਇਲੇਸ਼ਨ ਹੋ ਰਹੀ ਹੈ, ਨਹੀਂ ਹੋਇਆ। ਸਰ ਇੱਕ ਚੀਜ਼ ਵਿਭਾਗ ਕੇ ਲੜਾਈ ਜਾਰੀ ਰੱਖੇਗਾ, ਮੰਤਰੀ ਉਹਨਾਂ ਨੂੰ ਸ਼ਿਕਾਇਤ ਕੀਤੀ ਜਾਏਗੀ। ਲਾਈਵ ਐਗਜ਼ਾਮਪਲ ਹੈ ਤੁਹਾਡੇ ਕੋਲ। 17 ਅਪ੍ਰੈਲ ਨੂੰ ਗਾਰਡ ਅੰਦਰ ਜਾ ਰਿਹਾ ਤੇ ਉਹਨੂੰ ਨਹੀਂ ਵੜਨ ਦਿੱਤਾ ਜਾਂਦਾ, ਪੁਲਿਸ ਕੋਲ ਆਉਂਦਾ ਹੈ, ਫਿਰ ਰੇਂਜ ਅਫਸਰ ਪੁਲਿਸ ਕੋਲ ਬੈਠਦਾ, ਪਰ ਨਹੀਂ, ਕੋਈ ਮਜਬੂਰੀ ਹੈ ਕੀ ਹੈ ਇਹ ਨਹੀਂ ਸਮਝ ਆ ਰਹੀ। ਬਟ ਗੇਟਡ ਪ੍ਰਾਪਰਟੀ, ਗੇਟ ਦੇ ਅੰਦਰ ਬੰਦ ਕਰ ਲਿਆ ਜਾਂਦਾ ਬੰਦੇ ਨੂੰ, ਉੱਥੋਂ ਭੱਜਣ ਨੂੰ ਥਾਂ ਵੀ ਨਹੀਂ ਹੈ। ਗੁੰਡੇ ਅੰਦਰ ਪਾਲੇ ਹੋਏ ਨੇ, ਇੱਕ ਤਰਸੇਮ ਹੈ ਉਹ ਵੀ ਗੁੰਡਾ ਹੈ, ਉਹ ਹਮੇਸ਼ਾ ਉਹਦੇ ਪਰ ਪਤਾ ਨਹੀਂ ਕਿੰਨੇ ਪਰਚੇ ਦਰਜ ਹੈ, ਸਾਰਿਆਂ ਪਰ ਪਤਾ ਨਹੀਂ ਕਿੰਨੇ ਕਿੰਨੇ ਪਰਚੇ ਦਰਜ ਹੈ। ਜਦੋਂ ਇੰਨੇ ਦਰਜ ਹੋਣ ਦੇ ਬਾਵਜੂਦ ਬੰਦਾ ਇੱਕ ਅਫੈਂਡਰ ਰੈਗੂਲਰ ਕ੍ਰਿਮੀਨਲ ਬਣ ਜਾਏ ਤਾਂ ਉਸ ਤੋਂ ਤਾਂ ਹਰ ਕੋਈ ਡਰਦਾ। ਉਹਨਾਂ ਨੇ ਇੱਕ ਉਹਨਾਂ ਨੇ ਐਲੀਗੇਸ਼ਨ ਲਗਾਇਆ ਕਿ ਉਹਨਾਂ ਨੂੰ ਸਪੈਸੀਫਿਕਲੀ ਟਾਰਗੇਟ ਕੀਤਾ ਜਾ ਰਿਹਾ ਹੈ। ਡਲਹੌਜੀ ਪਬਲਿਕ ਸਕੂਲ ਵੀ ਉਸ ਏਰੀਏ 'ਚ ਬਣਿਆ ਹੈ, ਬਿਲਕੁਲ। ਉਹ ਇਲੀਗਲ ਬਣਿਆ ਹੈ, ਫੋਰੈਸਟ ਦਾ ਏਰੀਆ। ਦੇਖੋ ਉਹ ਡੀਲਿਸਟਡ ਲੈਂਡ ਹੈ, ਉਹਦੇ ਬਾਰੇ ਤਾਂ ਗਮਾਡਾ ਵਾਲਾ ਹੀ ਦੱਸ। ਕਮਰਸ਼ੀਅਲ ਐਕਟੀਵਿਟੀ ਤਾਂ ਉੱਥੇ ਵੀ ਨਹੀਂ ਹੋ ਸਕਦੀ ਨਾ ਤੁਹਾਡੇ। ਨਹੀਂ ਹੋ ਸਕਦੀ, ਮੈਂ ਆਪ ਲੈਟਰ ਲਿਖੇ ਹੋਏ ਨਹੀਂ ਹੋ ਸਕਦੀ, ਮੈਂ ਆਪ ਲੈਟਰ ਲਿਖੇ ਹੋਏ ਨੇ ਕਿ ਨਹੀਂ ਹੋ ਸਕਦੀ। ਫੋਰੈਸਟ ਏਰੀਆ ਨਾ, ਨਹੀਂ ਉਹ ਲਾਲ ਲਕੀਰ ਦਾ ਹਵਾਲਾ ਦੇ ਰਹੇ, ਨਾਲ ਕੀ ਬਾਹਰ ਏਰੀਆ। ਆਬਾਦੀ ਦਾ ਏਰੀਆ ਡੀਲਿਸਟ ਹੋਇਆ ਉਹਨਾਂ ਦਾ। ਸਾਡੇ ਖਸਰੇ ਨੇ ਜਿਹੜੇ ਆਬਾਦੀ 'ਚ ਹੁੰਦੇ ਸੀ 96 ਤੇ, ਉਹ ਡੀਲਿਸਟ ਹੋਏ, ਬਟ ਫਿਰ ਵੀ ਮੈਂ ਲਿਖਿਆ ਕਮਰਸ਼ੀਅਲ ਸਰ ਇਹ ਐਕਟੀਵਿਟੀ। ਜਿਹੜੀ ਕਾਨੂੰਨ ਹੈ ਡੀਲਿਸਟਡ, ਲਿਸਟਡ, ਡਿਮਾਰਕੇਸ਼ਨ ਸਾਰਾ ਸਿਆਪਾ ਦੇਖੋ ਸਰਕਾਰ ਦਾ ਸੀਗਾ ਕਿ ਕੈਂਪਾ ਫੰਡ 'ਚੋਂ ਕਰਾਈ ਜਾਊਗੀ, ਬਟ ਇੰਦਾ ਮੀਨੋ ਉਹ ਇੰਸਟਰੂਮੈਂਟਸ ਨਹੀਂ ਹੈ। ਅਸੀਂ ਉਹ ਪੁਰਾਣੀ ਜਿਹੜੀ ਟ੍ਰੈਡੀਸ਼ਨਲ ਨਿਸ਼ਾਨਦੇਹੀ ਕਰਨ ਦਾ ਕੋਈ ਫਾਇਦਾ ਨਹੀਂ ਹੈ। ਬੁਰਜੀ ਲਗਾਤੀ, ਤੀਸਰੇ ਦਿਨ ਕਿਸੇ ਨੇ ਉੱਧਰ ਕਰ ਦਿੱਤੀ, ਇੱਧਰ ਕਰ ਦਿੱਤੀ। ਅਸੀਂ ਪੂਰੀ GPS ਵਾਲੀ ਨਿਸ਼ਾਨਦੇਹੀ ਕਰਾਉਣਾ ਚਾਹੁੰਦੇ ਤਾਂ ਕਿ ਬੰਦਾ ਕਿਸੇ ਵੀ ਸਮੇਂ 10 ਸਾਲ ਬਾਅਦ ਆਪਣੀ ਡਿਵਾਈਸ ਮੋਬਾਈਲ 'ਚ ਭਰੇ ਤੇ ਉੱਥੇ ਜਾ ਕੇ, ਉਹ ਅਸੀਂ ਐਪ ਡਿਵੈਲਪ ਕਰ ਰਹੇ ਹਾਂ। ਇੱਕ ਤਾਂ ਸੈਂਟਰਲ ਟਰਾਈ ਦਾ ਪਤਾ ਲੱਗਦਾ ਇੱਥੇ ਕਾਜੀ ਜੰਗਲ ਸੀ 5 ਸਾਲ ਪਹਿਲਾਂ ਦੀ ਜੰਗਲ ਸੀ, ਉਹਦੇ ਦੇਖੋ ਐਕਸ਼ਨ ਕਿਤੇ ਲੈ ਅਸੀਂ ਤਾਂ ਕਹਿੰਦੇ ਆ ਵੀ ਤੁਸੀਂ ਆਪਣੀ ਜ਼ਮੀਨ ਲੈਂਡ ਖਰੀਦੀ 5 ਕਿੱਲੇ, ਤੁਸੀਂ ਆਪਣਾ ਵਿੱਚ ਫੀਡ ਕਰੋ ਆਪਣੇ ਖਸਰਾ ਨੰਬਰ, ਮੌਕੇ ਤੇ ਜਾਓ ਉੱਥੇ। ਸਰ ਇਹ ਸਾਰੀ ਜਿਹੜੀ ਵਾਇਲੇਸ਼ਨ ਹੋਈ ਹੈ ਇਹਦੇ ਤੇ ਕੋਈ ਜੁਰਮਾਨਾ ਵਗੈਰਾ ਵੀ ਠੋਕਰੀ ਹਾਂ ਅਸੀਂ ਇਹਨਾਂ ਦੇ 4-5 ਕਰੋੜ ਦਾ ਜਿਹੜਾ ਕੰਪਨਸੇਸ਼ਨ ਦਾਇਰ ਕਰ ਰਹੇ ਹਾਂ, ਕੋਰਟ 'ਚ ਕੇਸ ਲੱਗ ਚੁੱਕਿਆ 5 ਕਰੋੜ ਦੇ ਕਰੀਬ। ਇਹਦੇ ਤੇ ਕਰਨਾ ਸੀ। ਹਾਂਜੀ ਇਕੋਲੋਜੀਕਲ ਸਾਰਾ ਕੋਰਟ ਪਾਏਗੀ, ਪੈਨਲਟੀ ਕੋਰਟ ਪਾਏਗੀ। ਜੀ ਤੁਹਾਡੇ ਤੇ ਐਡੇ ਸੀਰੀਅਸ ਐਲੀਗੇਸ਼ਨ ਲੱਗੇ ਆ, ਤੁਸੀਂ ਕੋਈ ਟੀਚਿੰਗ ਕਪੈਸਿਟੀ ਕੋਈ ਐਕਸ਼ਨ ਲਿੱਤਾ? ਨਹੀਂ ਮੈਨੂੰ ਖੁਸ਼ੀ ਹੋਈ ਬਹੁਤ ਕਿ ਮੇਰੇ ਤੇ ਐਡੇ ਵਧੀਆ ਐਲੀਗੇਸ਼ਨ ਲੱਗੇ, ਕਿ ਹੁਣ ਮੈਂ ਪ੍ਰੂਵ ਕਰੂੰਗਾ ਕਿ ਐਲੀਗੇਸ਼ਨ ਗਲਤ ਸੀਗੇ, ਉਹ ਵੀ ਅਲੱਗ ਤੋਂ ਪ੍ਰੋਸੀਕਿਊਟ ਕਰਾਂਗਾ। ਡਿਫੇਮੇਸ਼ਨ ਵੀ ਬਣਦੀ ਆ, ਤੁਸੀਂ ਕਿਸੇ ਦਾ ਤੋੜ ਮੜੋੜ ਕੇ ਕੁਝ ਵੀ ਤੁਸੀਂ ਪਾ ਦੋਗੇ ਤਾਂ ਮੇਰੀ ਪਰਸਨਲ ਲਾਈਫ ਨੂੰ ਬੜਾ ਹਾਰਮ ਹੋਇਆ, ਮੇਰੀ ਪਰਸਨਲ ਲਾਈਫ, ਮੇਰੇ ਦੋਸਤ ਮਿੱਤਰ, ਮੇਰੇ ਪਰਿਵਾਰ, ਹਰ ਇੱਕ ਨੂੰ ਡੈਮੇਜ ਹੋਇਆ ਇਸ ਚੀਜ਼। ਡਿਪਾਰਟਮੈਂਟ ਤੇ ਬਹੁਤ ਸਾਰੇ ਐਲੀਗੇਸ਼ਨ ਲੱਗਦੇ ਨੇ ਕਰਪਸ਼ਨ ਦਾ, ਤੁਸੀਂ ਆਪ ਪ੍ਰਵੀਨ ਕੁਮਾਰ ਜੀ ਦੇ ਬਹੁਤ ਸਾਰੇ ਐਲੀਗੇਸ਼ਨ ਲੱਗਦੇ ਨੇ ਜੇਲ੍ਹ ਵਿੱਚ ਰਹਿ ਕੇ ਆਏ ਸੀ। ਕੀ ਲੱਗਦਾ ਕਿ ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੇ ਐਸੇ ਅਫਸਰ ਹੈਗੇ ਨੇ ਜਿਹੜੇ ਆਵਾਜ਼ ਕਰਦੇ ਨੇ ਇਸ ਤਰ੍ਹਾਂ? ਦੇਖੋ ਜ਼ਿੰਦਗੀ 'ਚ ਬਹੁਤ ਘਟਨਾਵਾਂ ਹੋ ਜਾਂਦੀਆਂ, ਆਪਾਂ ਬੈਕ ਡੇਟ ਤੇ ਇਹ ਨਹੀਂ ਕਹਿ ਸਕਦੇ ਜੀ ਫਲਾਣੇ ਨਾਲ ਆਹ ਹੋ ਗਿਆ, ਫਲਾਣੇ ਨਾਲ ਆਹ ਹੋ ਗਿਆ। ਇਹ ਤਾਂ ਇੱਕ ਕਾਨੂੰਨੀ ਪ੍ਰਕਿਰਿਆ, ਜੇ ਕੋਈ ਅੰਦਰ ਹੈ ਤਾਂ ਬਰੀ ਵੀ ਹੋ ਗਏ, ਬਰੀ ਹੋ ਕੇ ਇਨਸਾਫ ਮਿਲ ਗਿਆ ਸਭ ਨੂੰ, ਠੀਕ ਹੈ ਜੀ। ਇਹ ਤਾਂ ਇੱਕ ਸਮਾਜ ਦੇ ਵਿੱਚ ਵੀ ਚੱਲਦਾ, ਗਲਤ ਲੋਕ ਫਸਾ ਦਿੱਤੇ ਜਾਂਦੇ, ਬਾਅਦ 'ਚ ਆਪਾਂ ਬਰੀ ਹੋ ਗਏ, ਪਰ ਬਰੀ ਹੋ ਕੇ ਉਹ ਲੋਕ ਫਿਰ ਆਰਾਮ ਨਾਲ ਬੈਠ ਜਾਂਦੇ, ਉਹਨਾਂ ਨੂੰ ਵੀ ਅੱਗੇ ਹਰਜਾਨਾ ਪਾਉਣਾ ਚਾਹੀਦਾ, ਡਿਫੇਮੇਸ਼ਨ ਪਾਉਣੀ ਚਾਹੀਦੀ ਹੈ।